तेरे कमन कमन गुण कह गावां। तू साहिब गुणी निधाना। तुमरी महिमा बारन ना साकौं। तू ठाकुर ऊच भगवाना। तेरे गुण बहुते मैं एक ना जानिया। मैं मूर्ख किछ दीजै। प्रणवत नानक सुन मेरे साहिबा। डुबदा पत्थर लीजै सो कहो टल गुर सेवियै। अहनिस सहज सुभाए दर्शन परसै गुरु कै। जन्म मरण दुख जाए। सतनाम श्री वाहिगुरु साहिब जी। श्लोक महला तीजा। सिखा चौचकिया चौवाया। एहो मन इकत कर आन। एहड़ तेहड़ छड़ तू। गुर का शब्द पछाण। सिखा चौचकिया चौवाया। एहो मन इकत कर आन। एहड़ तेहड़ छड़ तू। गुर का शब्द पछाण। सतगुर अग्गै टह पओ। सब किछ जान जान। आसा मनसा जलाए तू। होए रहो मेहमान। सतगुर कै भान पी चलै। ता दरगह पावै मान। नानक जे नाम ना चेतनी। तिन तिग पैनन तिग खान। सतगुर कै भान पी चलै। ता दरगह पावै मान। नानक जे नाम ना चेतनी। तिन तिग पैनन तिग खान। वाहिगुरु जी का खालसा वाहिगुरु जी की फतेह। गरीब निवाज धन सतगुरु साहिब श्री गुरु ग्रंथ साहिब सच्चे पातशाह जी की
ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਸੁਭਾਈਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਵਾਰੀ ਪਿਆਰੀ ਦੁਲਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗ ਭੇਟੇ ਗੁਰਦੇਵਾ। ਸਾਡੇ ਬਹੁਤ ਵੱਡੇ ਭਾਗ ਹਨ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਆਪਣੇ ਪਾਵਨ ਪਵਿੱਤਰ ਦਰਬਾਰ ਦੇ ਆਪਣੇ ਚਰਨ ਪਰਸਣ ਦਾ ਆਪਾਂ ਸਾਰਿਆਂ ਨੂੰ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਵੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਸ਼ਨਾਨ ਕੀਤੇ ਨੇ, ਦਰਸ਼ਨ ਕੀਤੇ ਨੇ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਦਰਸ਼ਨ ਦੇਖਤ ਦੋਖ ਨਸੇ। ਦਰਸ਼ਨ ਕਰਨ ਦੇ ਨਾਲ ਹੀ ਦੋਸ਼ ਦੂਰ ਹੋ ਜਾਂਦੇ ਹਨ ਜਿਹੜੇ ਭਾਵਨਾ ਨਾਲ ਦਰਸ਼ਨ ਕਰਦੇ ਆ। ਸਾਧ ਸੰਗਤ ਜੀ, ਸਾਰੀ ਦੁਨੀਆ ਦੇ ਵਿੱਚ ਵਸਣ ਵਾਲੇ ਪਿਆਰੇ ਪਰਮਾਤਮਾ ਦੇ ਭਗਤ, ਭਾਵਨਾ ਵਾਲੇ, ਸ਼ਰਧਾ ਵਾਲੇ ਇਸ ਪਾਵਨ ਪਵਿੱਤਰ ਅਸਥਾਨ ਦੀ ਚਰਨ ਧੂੜ ਨੂੰ, ਦਰਸ਼ਨ ਪਰਸਨ ਇਸ਼ਨਾਨ ਨੂੰ ਤਰਸਦੇ ਹਨ। ਸਾਨੂੰ ਸਾਹਿਬਾਂ ਨੇ ਕਿਰਪਾ ਕਰਕੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਾਹਿਬ ਕਿਰਪਾ ਕਰਨ ਸਾਰਿਆਂ ਦੇ ਉੱਤੇ, ਸ਼ਰਧਾ ਪ੍ਰੇਮ ਭਾਵਨਾ ਨਿਸ਼ਚੇ ਦੇ ਨਾਲ ਸਾਹਿਬਾਂ ਤੇ ਵਿਸ਼ਵਾਸ ਰੱਖਦੇ ਹੋਏ, ਸਾਹਿਬਾਂ ਤੇ ਭਰੋਸਾ ਰੱਖਦੇ ਹੋਏ, ਸਾਹਿਬਾਂ ਦੇ ਚਰਨਾਂ ਵਿੱਚ ਤਰਲਾ ਲੈਂਦੇ ਹੋਏ ਕਿ ਮਹਾਰਾਜ ਨਿਸ਼ਚਾ ਭਰੋਸਾ ਪ੍ਰਤੀਤ ਦ੍ਰਿੜਤਾ ਸਹਿਤ ਆਪ ਜੀ ਬਖਸ਼ਿਸ਼ ਕਰੋ, ਇਹ ਪੱਕੀ ਹੋ ਜਾਵੇ। ਜੋ ਸਾਡਾ ਮਨ ਡੋਲਦਾ ਰਹਿੰਦਾ ਹੈ, ਖਿਨ ਖਿਨ ਪਲ ਦੇ ਵਿੱਚ ਮਨ ਕਦੀ ਕਿਸੇ ਪਾਸੇ ਜਾਂਦਾ ਹੈ, ਕਦੀ ਕਿਸੇ ਪਾਸੇ ਜਾਂਦਾ ਹੈ, ਇਹ ਮਨ ਮਹਾਰਾਜ ਡੋਲਣੋਂ ਹਟ ਜਾਏ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਦੇ ਵਿੱਚ ਸਭ ਕੁਝ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਸਾਧ ਸੰਗਤ ਜੀ, ਆਪਾਂ ਆਮ ਹੀ ਸਵਾਲ ਕਰਦੇ ਹਾਂ ਕਿ ਮਨ ਦੇ ਵਿੱਚ ਵਾਹਿਗੁਰੂ ਦੀ ਯਾਦ ਕਿਵੇਂ ਹਰ ਟਾਈਮ ਆਉਂਦੀ ਰਵੇ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੇ ਵਿੱਚ ਮਿਹਰ ਕਰਦੇ ਹੋਏ ਕਹਿੰਦੇ ਨੇ, ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰਮੁਖਾ ਤੇਰੇ ਮਨ ਵਿੱਚ ਜੇ ਗੁਰੂ ਤੇ ਦ੍ਰਿੜ ਵਿਸ਼ਵਾਸ ਹੋ ਗਿਆ, ਭਰੋਸਾ ਹੋ ਗਿਆ, ਤਾਂ ਤੇਰੇ ਹਿਰਦੇ ਵਿੱਚ ਪਰਮਾਤਮਾ ਚੇਤੇ ਆਉਂਦਾ ਰਹੇਗਾ। ਤੇਰੇ ਮਨ ਦੇ ਵਿੱਚ ਸਦਾ ਹੀ ਵਾਹਿਗੁਰੂ ਦੀ ਯਾਦ ਆਉਂਦੀ ਰਹੇਗੀ। ਸਤਿਗੁਰੂ ਜੀ ਸਾਡੇ ਤੇ ਮਿਹਰ ਕਰਨ। ਸਾਧ ਸੰਗਤ ਜੀ, ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਆਪਾਂ ਨੂੰ ਬੈਠ ਕਰਕੇ ਅਤੇ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰਾਂ ਵਿੱਚ ਬੈਠੇ ਹੋਏ ਸਾਹਿਬਾਂ ਦਾ ਜਸ ਵਡਿਆਈ ਮਹਿਮਾ ਕਰਨ ਦਾ ਸੁਭਾਗ ਮਿਲ ਰਿਹਾ ਹੈ। ਅੱਜ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸੁਭਾਇਮਾਨ ਹੁੰਦਿਆਂ ਹੋਇਆਂ ਪਿਤਾ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਜੋ 11ਵਾਂ ਸ਼ਲੋਕ ਹੈ, ਇਹ ਪੌੜੀ ਸਹਿਤ ਬਖਸ਼ਿਸ਼ ਕੀਤੇ ਨੇ, ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਇਸ ਦੀ ਉਥਾਨਕਾ ਆਪਣੇ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦੀ ਹੈ। ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਸੇਵਾ ਕਰਿਆ ਕਰਦੇ ਸੀ, ਸਾਹਿਬਾਂ ਨੇ ਪ੍ਰਸੰਨ ਹੋ ਕੇ ਬਖਸ਼ਾਂ ਕੀਤੀਆਂ, ਹੁਕਮ ਕੀਤਾ ਕਿ ਤੁਸੀਂ ਹੁਣ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਰਿਹਾ ਕਰੋ। ਗੁੰਦਾ ਖੱਤਰੀ ਜਿਸ ਦਾ ਘਰ ਨਹੀਂ ਸੀ ਵਸਦਾ, ਉੱਥੇ
ਝੂਠੀਆਂ ਸਹੁੰਆਂ ਖਾਧੀਆਂ ਸੀ ਸਾਧ ਸੰਗਤ ਜੀ ਉਹਨੇ ਕੋਰਟ ਕਚਹਿਰੀ ਦੇ ਵਿੱਚ ਕਿ ਮੇਰਾ ਥਾਂ ਹੈ। ਧਰਮ ਦੀ ਝੂਠੀ ਸਹੁੰ ਖਾਧੀ ਸੀ। ਤੇ ਸਾਧ ਸੰਗਤ ਜੀ ਧਰਮ ਦੀ ਝੂਠੀ ਸਹੁੰ ਖਾਣ ਵਾਲੇ ਕਦੀ ਵੱਸਦੇ ਨਹੀਂ ਹੁੰਦੇ, ਕਿਉਂਕਿ ਪਰਮਾਤਮਾ ਸਦੀਵੀ ਹੈ। ਆਪਾਂ ਬੰਦਿਆਂ ਨੂੰ ਧੋਖਾ ਦੇ ਸਕਦੇ ਹਾਂ, ਆਪਾਂ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ, ਆਪਣੇ ਆਪ ਨੂੰ ਧੋਖਾ ਨਹੀਂ ਦਿੱਤਾ ਜਾਂਦਾ। ਸਾਧ ਸੰਗਤ ਜੀ ਗੁਰੂ ਪਰਮਾਤਮਾ ਨੂੰ ਕਿੱਥੋਂ ਧੋਖਾ ਦੇ ਲਵਾਂਗੇ, ਜਿਹੜਾ ਸਾਡੇ ਸਾਰੇ ਕਰਮਾਂ ਨੂੰ ਜਾਣਦਾ ਹੈ, ਸਾਡੇ ਸਾਰੇ ਫੁਰਨਿਆਂ ਨੂੰ ਜਾਣਦਾ ਹੈ ਕਿ ਸਾਰੀ ਉਮਰ ਇਹਨੇ ਮਨ ਵਿੱਚ ਕੀ ਸੋਚਣਾ ਹੈ, ਕਿਹੋ ਜਿਹੇ ਕਰਮ ਕਰਨੇ ਹੈ। ਸਾਡੇ ਮਨ ਨੂੰ ਤੇ ਇਹ ਨਹੀਂ ਪਤਾ ਹੁੰਦਾ ਕਿ ਅਗਲਾ ਮੈਂ ਫੁਰਨਾ ਕੀ ਕਰਨਾ ਹੈ, ਹੁਣ ਮੈਂ ਅੱਗੇ ਕੀ ਸੋਚਣਾ। ਤੇ ਗੁਰੂ ਪਰਮਾਤਮਾ ਤਾਂ ਸਾਰਾ ਕੁਝ ਜਾਣਦਾ ਹੈ, ਇਸੇ ਵਾਸਤੇ ਉਹਨੂੰ ਅੰਤਰਜਾਮੀ ਕਿਹਾ। ਤੇ ਝੂਠੀਆਂ ਸਹੁੰਆਂ ਖਾਣ ਕਰਕੇ ਉਹਦਾ ਸਥਾਨ ਨਹੀਂ ਵਸਦਾ। ਤੇ ਉਹਨੇ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਖਡੂਰ ਸਾਹਿਬ ਆ ਕੇ ਬੇਨਤੀਆਂ ਕੀਤੀਆਂ ਤਾਂ ਸਤਿਗੁਰਾਂ ਨੇ ਆਪਣੇ ਸਰੂਪ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਛੜੀ ਦੇ ਕੇ ਭੇਜਿਆ। ਉਹ ਨਗਰ ਵਸ ਗਿਆ। ਸਾਧ ਸੰਗਤ ਜੀ ਕੋਈ ਸਮਾਂ ਪਾ ਕੇ ਉੱਥੇ ਕੋਈ ਸ਼ੇਖ ਜਾਤੀ ਦੇ ਮੁਸਲਮਾਨ ਸੈਯਦ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਆ ਕੇ ਉੱਥੇ ਵਸਣ ਲੱਗ ਪਏ। ਤੇ ਉਹਨਾਂ ਦੇ ਮੁੰਡੇ ਬਹੁਤ ਚੰਬਲ ਗਏ, ਬਹੁਤ ਜ਼ਿਆਦਾ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਪਏ। ਗੁਰਸਿੱਖਾਂ ਨੇ ਪਾਣੀ ਭਰਨ ਜਾਣਾ, ਉਹਨਾਂ ਘੜੇ ਭੰਨ ਦੇਣੇ। ਮਹਾਰਾਜ ਜੀ ਕੋਲ ਬੇਨਤੀ ਕੀਤੀ ਗਈ। ਮਹਾਰਾਜ ਕਹਿੰਦੇ ਭਾਈ ਗਾਗਰਾਂ ਲੈ ਲਵੋ, ਉਹਨਾਂ ਇੱਟੇ ਰੋੜੇ ਮਾਰਿਆ ਕਰਨੇ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹਨਾਂ ਗਾਗਰਾਂ ਭੰਨਣੀਆਂ ਵੀ ਸ਼ੁਰੂ ਕਰ ਦਿੱਤੀਆਂ। ਮਹਾਰਾਜ ਕਹਿੰਦੇ ਕੋਈ ਨਾ ਮਸ਼ਕਾਂ ਲੈ ਲਵੋ। ਮਸ਼ਕ ਦੇ ਵਿੱਚ ਜਲ ਲਿਆਉਂਦੇ ਆ ਗੁਰਸਿੱਖ, ਉਹਨਾਂ ਤੀਰ ਮਾਰ ਕੇ ਮਸ਼ਕਾਂ ਪਾੜ ਦੇਣੀਆਂ। ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਜਰਦਾ ਹੈ ਨਾ, ਫਿਰ ਪਰਮਾਤਮਾ ਆਪ ਜਦੋਂ ਜਵਾਬ ਦਿੰਦਾ ਹੈ ਤੇ ਉਹ ਕੁਝ ਬੋਲਣ ਜੋਗਾ ਨਹੀਂ ਰਹਿੰਦਾ ਦੁਨੀਆ ਦੇ ਵਿੱਚ, ਉਹਦਾ ਮਾਨ ਸਨਮਾਨ ਕੋਈ ਸਤਿਕਾਰ ਨਹੀਂ ਰਹਿੰਦਾ। ਗੁਰਸਿੱਖੋ ਪਰਮਾਤਮਾ ਭਲੀ ਕਰੇਗਾ, ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ। ਕੋਈ ਸਮਾਂ ਆਇਆ ਸਾਧ ਸੰਗਤ ਜੀ, ਉਹਨਾਂ ਚੰਬਲਿਆਂ ਹੋਇਆਂ ਨੇ ਇੱਕ ਦਿਨ ਕੋਈ ਬੈਰਾਗੀ ਜਮਾਤ ਆਈ ਸੀ, ਪਾਣੀ ਭਰ ਕੇ ਲਿਆ ਰਹੇ ਸੀ, ਉਹਨਾਂ ਗੁਲੇਲੇ ਮਾਰੇ। ਉਹ ਮੰਤ ਦੇ ਉਹਨਾਂ ਦੇ ਵੱਜ ਗਿਆ, ਉਹਨਾਂ ਦਾ ਜਿਹੜਾ ਜਥੇਦਾਰ ਸੀ ਉਹਦੀ ਅੱਖ ਨਿਕਲ ਗਈ। ਉਹਨਾਂ ਬਹੁਤ ਜ਼ਿਆਦਾ ਕੁੱਟੇ, ਬਹੁਤ ਜ਼ਿਆਦਾ ਕਤਲ ਵੀ ਕਰ ਦਿੱਤੇ। ਪਰ ਇਹ ਸ਼ੇਖ ਫਿਰ ਵੀ ਨਾ ਸੁਧਰਿਆ। ਮਹਾਰਾਜ ਜੀ ਦੇ ਇੱਕ ਦਿਨ ਦਰਬਾਰ ਦੇ ਵਿੱਚ ਆਇਆ ਤੇ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਜੋ ਅੱਜ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਮੈਂ ਇਹ ਸਾਖੀ ਪੂਰੀ ਕਰ ਦੇਵਾਂ ਸਾਧ ਸੰਗਤ ਜੀ, ਇਹ ਉਪਦੇਸ਼ ਮਿਲਣ ਦੇ ਬਾਵਜੂਦ ਵੀ ਉਹ ਸੁਧਰਿਆ ਨਹੀਂ, ਉਹਨੇ ਆਪਣੇ ਬੱਚਿਆਂ ਨੂੰ ਵਰਜਿਆ ਨਹੀਂ। ਕਿਉਂਕਿ ਕਈਆਂ ਨੂੰ ਇਹ ਹੁੰਦਾ ਹੈ ਕਿ ਸ਼ਾਇਦ ਅਸੀਂ ਜੇ ਇਸ ਤਰ੍ਹਾਂ ਕਰਾਂਗੇ ਸਾਡੇ ਬੱਚੇ ਇਸ ਤਰ੍ਹਾਂ ਕਰਨਗੇ ਤੇ ਮਾਲਕ ਬਣ ਜਾਣਗੇ, ਜਿਹਨੂੰ ਆਪਾਂ ਆਮ ਬੋਲੀ ਵਿੱਚ ਗੁੰਡਾਗਰਦੀ ਵੀ ਕਹਿ ਦਿੰਦੇ ਹਾਂ। ਪਰ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਕੋਈ ਧਰਮ ਦਾ ਅਸਥਾਨ ਹੋਵੇ, ਭਾਵੇਂ ਮੰਦਰ ਮਸੀਤ ਹੋਵੇ, ਉੱਥੇ ਮਨੁੱਖ ਨੂੰ ਨਿਭ ਕੇ ਹੀ ਚੱਲਣਾ ਚਾਹੀਦਾ। ਸਮਾਜ ਵਿੱਚ ਵੀ ਨਿਭ ਕੇ ਚੱਲੇਗਾ ਤੇ ਇੱਥੇ ਵੀ ਸੁੱਖ ਪਾਏਗਾ ਤੇ ਪਰਲੋਕ 'ਚ ਵੀ ਸੁੱਖ ਪਾਏਗਾ। ਪਰ ਜੇ ਸਮਾਜ ਵਿੱਚ ਕੋਈ 19-21 ਕਰਦਾ ਹੈ, ਸਾਡੀ ਅਣਖ ਤੇ ਗੈਰਤ ਨੂੰ ਹੱਥ ਪਾਉਂਦਾ ਹੈ, ਤੇ ਉੱਥੇ ਆਪਾਂ ਕੁਝ ਅਣਖ ਵਿੱਚ ਕਰ ਵੀ ਸਕਦੇ ਹਾਂ। ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਤਾਂ ਹੀ ਉਹ ਸੰਤ ਤੇ ਸਿਪਾਹੀ ਬਣਾਇਆ। ਪਰ ਗੁਰੂ ਘਰ ਦੇ ਵਿੱਚ ਕਦੀ ਵੀ ਅਣਖ ਗੈਰਤ ਨਹੀਂ ਵਿਖਾਉਣੀ ਚਾਹੀਦੀ ਆਪਣੀ। ਜੇ ਕੋਈ ਬੇਮੁਖ ਹੁੰਦਾ ਹੈ ਉਹਦਾ ਲੋਕ ਪਰਲੋਕ ਵਿਗੜ ਜਾਏਗਾ, ਉੱਥੇ ਗੁਰਸਿੱਖ ਨੂੰ ਜਰ ਜਾਣਾ ਚਾਹੀਦਾ। ਕੁਝ ਥਾਂ ਹੁੰਦੇ ਜਿੱਥੇ ਚੁੱਪ ਰਹਿਣਾ ਪੈਂਦਾ, ਪਰ ਇਹ ਨਹੀਂ ਟਲੇ। ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਬਹੁਤ ਜ਼ਿਆਦਾ ਤੂਫਾਨ ਆਇਆ ਇੱਕਦਮ ਹਵਾ ਦਾ। ਉਹ ਖੱਚਰ ਕਿਤੇ ਇਹਨਾਂ ਸ਼ੇਖਾਂ ਦੇ ਢਾਹੇ ਚੜ ਗਈ ਤੇ ਉਹਨਾਂ ਘਰ ਦੇ ਵਿੱਚ ਲੁਕਾ ਲਈ ਖਜ਼ਾਨੇ ਦੀ ਖੁਰਜੀ ਸਮੇਤ। ਉਹਨਾਂ ਨੇ ਡੌਂਡੀ ਵੀ ਪਿਟਵਾਈ। ਸਵੇਰੇ ਚੱਲਣ ਤੋਂ ਪਹਿਲਾਂ ਜਦੋਂ ਗਿਣਤੀ ਕੀਤੀ ਲੱਭੀ ਨਾ, ਉਹਨਾਂ ਕਿਹਾ ਕਿ ਭਾਈ ਜਿਹਦੇ ਘਰ ਵਿੱਚ ਹੈ ਦੇ ਦਿਓ, ਨਹੀਂ ਦਿੱਤੀ। ਤੇ ਆਪਾਂ ਦੇਖਦੇ ਹਾਂ ਜੇ ਕੋਈ ਇੱਕ ਗਧਾ ਹੀਂਗ ਪਏ ਤੇ ਦੂਜੇ ਵੀ ਹੀਂਗਣ ਲੱਗ ਪੈਂਦੇ, ਭਾਵ ਬੋਲਣ ਲੱਗ ਪੈਂਦੇ। ਤੇ ਉਹ ਜਦੋਂ ਗਧੇ ਹੀਂਗੇ ਤੇ ਉਹ ਖੱਚਰ ਜਿਹੜੀ ਘਰ ਵਿੱਚ ਲੁਕਾਈ ਸੀ ਉਹ ਵੀ ਹੀਂਗ ਪਈ। ਹੁਣ ਉਹਦੇ ਉੱਤੇ ਮੋਹਰ ਲੱਗੀ ਸੀ, ਜਿਵੇਂ ਅੱਜ ਕੱਲ੍ਹ ਪਸ਼ੂਆਂ ਦੇ ਕੰਨਾਂ ਦੇ ਵਿੱਚ ਸਰਕਾਰੀ ਉਹ ਟੈਗ ਜਿਹਾ ਲਾ ਦਿੰਦੇ ਆ, ਪਹਿਲਾਂ ਗਰਮ ਕਰਕੇ ਲਾਉਂਦੇ ਹੁੰਦੇ ਸੀ। ਤੇ ਉਹ ਦੇਖੀ
ਤੇ ਫਿਰ ਉਹਨਾਂ ਨੇ ਕੁਝ ਕਤਲ ਕੀਤੇ, ਕੁਝ ਫਾਹੇ ਦੇ ਕੇ ਮਾਰ ਦਿੱਤੇ। ਇਸ ਤਰ੍ਹਾਂ ਉਹ ਸਿੱਖ ਉੱਥੋਂ ਸਾਰੇ ਮਰੇ ਗਏ। ਇਹ ਪਾਵਨ ਉਪਦੇਸ਼ ਨਾ ਕਮਾਉਣ ਕਰਕੇ ਲੋਕ ਵੀ ਗਿਆ, ਪਰ ਲੋਕ ਵੀ ਗਿਆ। ਅੱਜ ਸਾਨੂੰ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਮੇਰਾ ਕਰ ਰਹੇ ਨੇ ਕਿ ਭਾਈ ਸੰਸਾਰ ਵਿੱਚ ਨਿਭ ਕੇ ਚੱਲਣਾ ਚਾਹੀਦਾ ਹੈ। ਜਿਸ ਤਰ੍ਹਾਂ ਪਹਿਲਾਂ ਸਤਿਗੁਰੂ ਜੀ ਸਿੱਖ ਨੂੰ ਸਮਝਾਉਂਦੇ ਹਨ, ਫਿਰ ਅੰਤਰੀਵੀ ਭਾਵ ਵਿੱਚ ਸਾਨੂੰ ਵੀ ਕੀ ਉਪਦੇਸ਼ ਹੈ, ਇਹ ਸਾਹਿਬ ਅੱਜ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਜੀ ਆਓ ਸ਼ਰਧਾ ਪ੍ਰੇਮ ਭਾਵਨਾ ਨਾਲ ਸਰਵਣ ਕਰੀਏ। ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ ਸ਼ਲੋਕਾਂ ਦੁਆਰਾ। ਸਿੱਖਾ ਚੌ ਚੱਕਿਆ ਚੌ ਵਾਇਆ। ਮਾਰੇ ਕਹਿੰਦੇ ਹੇ ਸ਼ੇਖ, ਹੇ ਸੈਯਦ, ਹੰਕਾਰ ਨਾ ਚੱਕਰ। ਚੌ ਚੱਕਿਆ, ਤੂੰ ਚਾਰ ਛਪੇਰੇ ਚੁੱਕਿਆ ਹੋਇਆ ਦੂਜਿਆਂ ਦੇ ਤੁਰਿਆ ਫਿਰ ਰਿਹਾ ਹੈ। ਚਾਰ ਛਪੇਰੇ ਤੂੰ ਵਾਇਆ ਬੋਲਦਾ ਫਿਰਦਾ ਹੈ ਕਿ ਇਹ ਸਾਡੇ ਮੁੰਡੇ ਬੜੇ ਲਾਇਕ ਹੈ, ਬੜੇ ਲੜਾਕੇ ਹੈ, ਬਹੁਤ ਹੋਣਹਾਰ ਹੈ। ਤੂੰ ਇਸ ਤਰ੍ਹਾਂ ਨਾ ਕਿਸੇ ਨੂੰ ਤੰਗ ਕਰ। ਇਹੋ ਮਨ ਇਕਤ ਕਰ ਆਨ। ਇਸ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਕਰ। ਹਿੰਦੂ, ਮੁਸਲਮਾਨ, ਸਿੱਖ ਇਸ ਤਰ੍ਹਾਂ ਨਾ ਬੋਲ। ਹਿੰਦੂ ਕਾਫਰ ਹੈ, ਦੂਸਰੇ ਕਾਫਰ ਹੈ, ਸਿੱਖ ਕਾਫਰ ਹੈ। ਸਾਧ ਸੰਗਤ ਜੀ ਜਿਹੜੇ ਕੰਡੇ ਜ਼ਹਿਰ ਦੇ ਬੀਜੇ ਹੁੰਦੇ ਆ ਨਾ, ਉਹ ਬੜੇ ਦੁਖਦਾਈ ਹਨ। ਅੱਜ ਵੀ ਵੇਖ ਲਓ, ਜਿਹੜੇ ਉਹਨਾਂ ਦਿਨਾਂ ਵਿੱਚ ਮੰਦਿਰ ਢਾਹ ਕੇ ਮਸੀਤਾਂ ਬਣਾਈਆਂ, ਦੁਖਦਾਈ ਹੋ ਰਿਹਾ। ਜ਼ਹਿਰ ਦਾ ਬੂਟਾ ਹਮੇਸ਼ਾ ਜ਼ਹਿਰ ਦਾ ਫਲ ਹੀ ਦੇਵੇਗਾ। ਕੀਤਾ ਹੋਇਆ ਧੱਕਾ, ਕੀਤਾ ਹੋਇਆ ਜ਼ੁਲਮ, ਸਾਧ ਸੰਗਤ ਜੀ ਇੱਕ ਨਾ ਇੱਕ ਦਿਨ ਜ਼ਰੂਰ ਫਿਰ ਉਹ ਜ਼ਿਆਦਾ ਫਲ ਦੇ ਕੇ ਤੇ ਲੋਕ ਪਰਲੋਕ ਵਿਗਾੜੀ ਜਾਏਗਾ। ਇਹਨਾਂ ਦੇ ਵਿੱਚ ਇਹ ਬਹੁਤ ਵੱਡੀ ਕਮੀ ਹੈ ਮੁਸਲਮਾਨਾਂ ਵਿੱਚ। ਇਹ ਦੂਸਰੇ ਨੂੰ ਬਹੁਤ ਨਫ਼ਰਤ ਕਰਦੇ ਆ। ਕਹਿੰਦੇ ਜਿਹੜਾ ਮੁਹੰਮਦ ਸਾਹਿਬ ਜੀ ਤੇ ਯਕੀਨ ਲਿਆਉਂਦਾ ਉਹਦਾ ਹੀ ਭਲਾ ਹੋ ਸਕਦਾ, ਔਰ ਕਿਸੇ ਦਾ ਨਹੀਂ ਹੋ ਸਕਦਾ। ਨਹੀਂ ਭਾਈ, ਭਾਵੇਂ ਜਿਹੜੇ ਮਰਜ਼ੀ ਕੋਈ ਧਰਮ ਵਿੱਚ ਹੈ, ਜਿਹੜਾ ਆਪਣੇ ਗੁਰੂਆਂ ਦੇ ਦੱਸੇ ਹੋਏ ਅਸੂਲਾਂ ਨੂੰ ਮੰਨਦਾ ਹੈ, ਪ੍ਰੇਮ ਭਾਵਨਾ ਨਾਲ ਸਿਮਰਨ ਕਰਦਾ, ਬੰਦਗੀ ਕਰਦਾ, ਉਹਦਾ ਭਲਾ ਹੁੰਦਾ ਹੈ। ਪਰਮਾਤਮਾ ਦੀ ਬੰਦਗੀ, ਨਾਮ ਸਿਮਰਨ ਤੇ ਚੰਗੇ ਗੁਣਾਂ ਦੁਆਰਾ ਭਲਾ ਹੋਣਾ ਹੈ। ਜੇ ਆਪਾਂ ਕਵਾਂਗੇ ਕਿ ਅਸੀਂ ਨਾਮ ਵੀ ਜਪੀ ਜਾਈਏ, ਠੱਗੀਆਂ ਠੋਰੀਆਂ ਮਾਰੀ ਜਾਈਏ, ਫਿਰ ਨਹੀਂ ਭਲਾ ਹੋਣਾ। ਸਮਾਜਿਕ ਅਸੂਲਾਂ ਨੂੰ ਵੀ ਮੰਨਣਾ ਪੈਣਾ ਤੇ ਧਰਮ ਦੇ ਅਸੂਲਾਂ ਨੂੰ ਵੀ ਮੰਨਣਾ ਪੈਣਾ। ਇਸੇ ਵਾਸਤੇ ਮਹਾਰਾਜ ਜੀ ਨੇ ਕਿਹਾ, ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨਾਂ ਨੂੰ ਚਾਹੀਦਾ ਦਿਲ ਕੋਮਲ ਰੱਖਣ, ਪੱਥਰ ਦਿਲ ਨਾ ਬਣਾਉਣ ਕਿ ਦੂਸਰਿਆਂ ਨੂੰ ਕਤਲ ਕਰ ਦਿਓ ਜਿਹੜੇ ਨਹੀਂ ਮੁਸਲਮਾਨ ਬਣਦੇ। ਐਸਾ ਨਹੀਂ ਚਾਹੀਦਾ। ਤੇ ਹਿੰਦੂ ਵੀਰਾਂ ਨੂੰ ਕਿਹਾ ਕਿ ਇੱਕ ਪਰਮਾਤਮਾ ਨੂੰ ਆਰਾਧੋ, ਐਵੇਂ ਥਾਂ ਤੇ ਨਾ ਜਾਵੋ। ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਕਰ ਭਾਈ। ਹੜ ਤੇ ਹੜ ਛੱਡ ਤੂੰ। ਤੇ ਇਹ ਜਿਹੜੀ ਆਕੜ ਫਾਕੜ ਹੈ, ਮੇਰ ਤੇਰ ਹੈ, ਇਹ ਜਿਹੜੇ ਤੂੰ ਇਹ ਤੇਰਾ ਦੂਜਿਆਂ ਦਾ ਜਿਹੜੀ ਦੁਐਤਪਣਾ ਲਈ ਫਿਰਦਾ ਹੈ, ਇਸ ਨੂੰ ਛੱਡ ਦੇਣਾ ਕਰ। ਗੁਰ ਕਾ ਸ਼ਬਦ ਪਛਾਣ। ਤੇ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਬਦ ਹਨ ਨਾ, ਉਪਦੇਸ਼ ਹੈ, ਉਹਨੂੰ ਪਹਿਚਾਨਣਾ ਕਰ। ਇਸੇ ਤਰ੍ਹਾਂ ਸਾਨੂੰ ਅੱਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਆ? ਸ਼ੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ। ਸ਼ੇਖਾ, ਇਹ ਸ਼ੇਖੀਆਂ ਮਾਰਨ ਵਾਲਿਆ। ਸਾਡਾ ਸ਼ੇਖੀ ਮਾਰਨ ਦਾ ਬੜਾ ਸੁਭਾਅ ਹੈ, ਜਿਹਨੂੰ ਆਮ ਆਪਾਂ ਬੋਲੀ ਵਿੱਚ ਕਹਿ ਦਿੰਦੇ ਫੁਕਰੇਪਣਾ। ਐਵੇਂ ਜਾਣ ਬੁੱਝ ਕਰਕੇ ਹੰਕਾਰ ਦੀਆਂ ਗੱਲਾਂ ਕਰਨੀਆਂ। ਚੌ ਵਾਇਆ, ਚਾਰ ਹੀ ਦਿਸ਼ਾ ਵਿੱਚ ਮਨ ਨੂੰ ਫੇਰਨ ਵਾਲਿਆ। ਚੌ ਚੱਕਿਆ, ਚੌਹਾਂ ਚੱਕਾਂ ਦੇ ਵਿੱਚ, ਪੂਰਬ, ਪੱਛਮ, ਉੱਤਰ ਤੇ ਦੱਖਣ, ਚੌਹਾਂ ਚੱਕਾਂ ਦੇ ਵਿੱਚ ਹੀ ਮਨ ਨੂੰ ਭਜਾਉਣ ਫਿਰਨ ਵਾਲਿਆ ਜੀਵਾ। ਇਕਤ ਘਰ ਆਣ, ਏਕਤਾ ਦੇ ਘਰ ਦੇ ਵਿੱਚ ਮਨ ਨੂੰ ਲਿਆਉਣਾ ਕਰ। ਏਕਤਾ ਦੇ ਘਰ ਦੇ ਵਿੱਚ ਇਸ ਮਨ ਨੂੰ ਲਿਆ, ਜਿਹੜਾ ਚਾਰ ਚੱਕਾਂ ਦੇ ਵਿੱਚ
ਚਾਰ ਛਪੇਰੇ ਤੇ ਚੌਵਾਂ ਕੋਣਾਂ ਦੇ ਵਿੱਚ ਚੌ ਵਾਇਆ, ਚਾਰ ਛਪੇਰੇ, ਚਾਰ ਨੁੱਕਰਾਂ ਵੀ ਹੁੰਦੀਆਂ, ਜਿੱਥੇ ਚਾਰ ਉੱਤਰ ਦੱਖਣ ਪੂਰਬ ਤੇ ਪੱਛਮ ਹੈ, ਉੱਥੇ ਸਾਧ ਸੰਗਤ ਜੀ ਇਹਨਾਂ ਦੀਆਂ ਚਾਰ ਨੁੱਕਰਾਂ ਵੀ ਹੈ, ਜਿਹਨੂੰ ਨੈਰਤ ਕੋਣ, ਅਗਨ ਕੋਣ, ਵਾਇਵ ਕੋਣ ਇਤਿਆਦਿਕ ਕਹਿੰਦੇ ਆ। ਅੱਜ ਕੱਲ੍ਹ ਅੰਗਰੇਜ਼ੀ ਦੇ ਵਿੱਚ ਈਸਟ ਨਾਰਥ, ਈਸਟ ਸਾਊਥ, ਵੈਸਟ ਨਾਰਥ, ਵੈਸਟ ਸਾਊਥ ਕਹਿ ਦਿੰਦੇ। ਇਹ ਨੁੱਕਰਾਂ ਹੁੰਦੀਆਂ, ਕਾਰਨਰ ਹੁੰਦੇ ਚਾਰ। ਮਾਰੇ ਕਹਿੰਦੇ ਇਹ ਜਿਹੜਾ ਮਨ ਚਾਰ ਛਪੇਰੇ ਤੂੰ ਭਜਾਈ ਫਿਰਦਾ ਹੈ, ਜਿਹੜੇ ਚਾਅ ਵਾਇਆ, ਚਾਉ ਚਾਅ ਦੇ ਵਿੱਚ ਆ ਕਰਕੇ ਵਾਇਆ ਉਚਾਰਨ ਕਰਦਾ ਫਿਰਦਾ ਹੈ, ਇਸ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆ। ਇਹੜ ਤੇਹੜ ਛੱਡ ਤੂੰ, ਇਹ ਜੇ ਸਰੀਰ ਦੀ ਤੇਹੜ ਤਿੰਨਾਂ ਗੁਣਾਂ ਦੀ ਪੰਡ ਬੰਨੀ ਫਿਰਦਾ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਅਥਵਾ ਸੁੱਤ, ਬਿੱਤ, ਲੋਕ, ਈਖਣਾ ਤੀਨੀ। ਸਾਧ ਸੰਗਤ ਜੀ ਤਿੰਨ ਦੁਨੀਆ ਦੀਆਂ ਇੱਛਾਵਾਂ ਪ੍ਰਧਾਨ ਨੇ, ਜਿਨ੍ਹਾਂ ਵਿੱਚ ਆਪਾਂ ਸਾਰੇ ਹੀ ਫਿਰ ਰਹੇ ਹਾਂ। ਤਿੰਨ ਇੱਛਾਵਾਂ ਇਹ ਛੁੱਟਦੀਆਂ ਨਹੀਂ ਕਿਸੇ ਕੋਲੋਂ ਵੀ। ਗੁਰੂ ਪਰਮਾਤਮਾ ਛਡਾਵੇ ਤੇ ਛੁੱਟਦੀਆਂ। ਸੁੱਤ, ਮੇਰਾ ਧੀ ਪੁੱਤਰ ਚਾਹੀਦਾ, ਪੁੱਤਰ ਦੀ ਇੱਛਾ, ਅੰਸ ਬੰਸ ਨੂੰ ਚਲਾਉਣ ਦੀ ਇੱਛਾ। ਸੁੱਤ। ਬਿੱਤ, ਧਨ ਪਦਾਰਥ ਚਾਹੀਦਾ। ਲੋਕ, ਲੋਕੀ ਮੇਰੀ ਜੈ ਜੈਕਾਰ ਕਰਨ, ਲੋਕੀ ਮੈਨੂੰ ਚੰਗਾ ਕਹਿਣ। ਇਹ ਤਿੰਨ ਇੱਛਾਵਾਂ ਨੇ। ਔਲਾਦ ਦੀ ਇੱਛਾ ਕਹਿ ਲਈਏ, ਦੂਸਰੀ ਧਨ ਪਦਾਰਥ ਬਹੁਤਾ ਹੋਵੇ, ਤੇ ਤੀਜੀ ਹੈ ਲੋਕ, ਲੋਕੀ ਮੇਰੀ ਜੈ ਜੈਕਾਰ ਕਰਨ। ਈਖਣਾ ਤੀਨੀ, ਇਹ ਤਿੰਨ ਇੱਛਾਵਾਂ ਨੇ ਜਿਹੜੀਆਂ ਦੁਨੀਆ ਦੇ ਵਿੱਚ ਸਾਡੇ ਮਨ ਨੂੰ ਇਕਾਗਰਤਾ ਦੇ ਵਿੱਚ ਟਿਕਣ ਨਹੀਂ ਦਿੰਦੀਆਂ। ਇਹਦੇ ਵਿੱਚ ਹੀ ਸਾਰੀ ਦੁਨੀਆ ਪਈ ਹੋਈ ਹੈ। ਜੇ ਕਿਸੇ ਨੇ ਘਰ-ਬਾਰ ਛੱਡਿਆ ਹੋਇਆ ਹੈ ਤਾਂ ਵੀ ਉਹਨਾਂ ਨੂੰ ਇਹ ਹੈ ਕਿ ਸਾਨੂੰ ਦੁਨੀਆ ਜਾਣੇ ਕਿ ਫਲਾਣੇ ਬੜੇ ਵੱਡੇ ਮਹਾਤਮਾ ਹੈ। ਕੋਈ ਵਿਰਲਾ ਹੋਏਗਾ ਮਹਾਂਪੁਰਖ ਗੁਰਮੁਖ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਤੇ ਵਾਸ਼ਨਾ ਕੋਈ ਨਹੀਂ, ਇੱਛਾ ਕੋਈ ਨਹੀਂ, ਭਾਵੇਂ ਕੋਈ ਨਿੰਦਾ ਕਰੀ ਜਾਵੇ ਤੇ ਭਾਵੇਂ ਕੋਈ ਉਸਤਤ ਕਰੀ ਜਾਵੇ। ਐਸਾ ਵਿਰਲੇ ਨੇ। ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਲੱਛਣ ਵੀ ਦੱਸੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਇਹਦੇ ਵਿੱਚ ਐਸੇ ਵਿਰਲੇ ਨੇ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਐਸੇ ਪ੍ਰੇਮੀ ਸੰਸਾਰ ਦੇ ਵਿੱਚ ਵਿਰਲੇ ਨੇ ਸਾਧ ਸੰਗਤ, ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਹੀ ਨਹੀਂ ਹੈਗੀ ਦੁਨੀਆ ਮੈਨੂੰ ਕੀ ਕਹਿੰਦੀ ਹੈ। ਚੰਗੇ ਕਰਤੱਵ ਕਰਦੇ ਆ, ਬੰਦਗੀ ਕਰਦੇ ਆ, ਦੁਨੀਆ ਕੋਲੋਂ ਬੰਦਗੀ ਕਰਾਉਂਦੇ ਆ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਮਹਾਂਪੁਰਸ਼, ਉਹਨਾਂ ਨੂੰ ਇੱਕ ਸਿੰਘ ਕਹਿਣ ਲੱਗਾ, ਜੀ ਇੱਕ ਆਪਣੇ ਨਾਲ ਸਿੰਘ ਰਹਿੰਦਾ, ਉਹ ਨਿੰਦਾ ਬੜੀ ਕਰਦਾ ਤੁਹਾਨੂੰ, ਕੋਈ ਨਾ ਕੋਈ ਉਹ ਗਲਤੀਆਂ ਕੱਢਦਾ ਹੀ ਰਹਿੰਦਾ ਹੈ। ਮਹਾਂਪੁਰਖ ਹੱਸ ਕੇ ਕਹਿੰਦੇ, ਭਾਈ ਕੋਈ ਵਹਿਣੀਆਂ ਸਾਫ਼ ਕਰਨ ਵਾਲਾ ਵੀ ਚਾਹੀਦਾ ਹੈ। ਕੋਈ ਗੱਲ ਨਹੀਂ, ਪਰਮਾਤਮਾ ਭਲੀ ਕਰੇਗਾ। ਸਾਧ ਸੰਗਤ ਜੀ, ਜਿਵੇਂ ਆਪਣੇ ਘਰ ਦੇ ਵਿੱਚ ਕੋਈ ਆ ਕੇ ਗੰਦਗੀ ਸਾਫ਼ ਕਰਦਾ, ਉਹਨੂੰ ਆਪਾਂ ਮਾੜਾ ਕੋਈ ਥੋੜੀ ਕਹਿੰਦੇ। ਇਸ ਤਰ੍ਹਾਂ ਜਿਹੜਾ ਸਾਡੀ ਅਣਹੋਈ ਨਿੰਦਾ ਕਰਦਾ ਹੈ, ਮਾੜਾ ਕਹਿੰਦਾ ਹੈ, ਚੰਗੇ ਕਰਦਿਆਂ ਹੋਇਆਂ, ਚੰਗੇ ਕਰਤੱਵ ਕਰਦਿਆਂ, ਚੰਗਾ ਜੀਵਨ ਬਤੀਤ ਕੀਤਾ, ਸੰਕੋਚਵਾਂ ਜੀਵਨ ਹੈ, ਫਿਰ ਵੀ ਜੇ ਕੋਈ ਮਾੜਾ ਕਹਿੰਦਾ ਹੈ ਤੇ ਉਹ ਸਾਡੇ ਕੋਈ ਨਾ ਕੋਈ ਜਿਹੜੇ ਔਗਣ ਹੋਏ ਆ ਉਹਨਾਂ ਨੂੰ ਦੂਰ ਕਰ ਰਿਹਾ। ਜਿਵੇਂ ਕੋਈ ਖਾਲੀਆਂ ਨਾਲੀਆਂ ਵਹਿਣੀਆਂ ਸਾਡਾ ਘਰ ਦੇ ਵਿੱਚ ਵੀ ਕੂੜਾ ਕਰਕਟ ਹੁੰਜਣ ਵਾਲਾ ਹੁੰਦਾ ਨਾ, ਇਸ ਤਰੀਕੇ ਨਾਲ ਹੁੰਦੇ ਆ। ਇਸ ਵਾਸਤੇ ਸੰਤ ਬਾਬਾ ਅਤਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦਾ ਬਚਨ ਹੈ, ਮਸਤੂ ਆਣੇ ਵਾਲੇ ਮਹਾਂਪੁਰਸ਼ਾਂ ਦਾ। ਉਹ ਕਹਿੰਦੇ, ਜੇ ਸੇਵਾ ਸਿਮਰਨ ਕਰਦਿਆਂ ਹੋਇਆਂ ਨਿੰਦਾ ਨਹੀਂ ਹੁੰਦੀ ਤੇ ਭਲਾ ਨਹੀਂ ਹੋਏਗਾ, ਕਿਉਂਕਿ ਫਿਰ ਜਿਹੜੀਆਂ ਗਲਤੀਆਂ ਹੁੰਦੀਆਂ ਫਿਰ ਉਹਨਾਂ ਦਾ ਵੀ ਲੇਖਾ ਦੇਣਾ ਪੈਣਾ। ਕਹਿੰਦੇ ਨਿੰਦਾ ਕਰਨ ਵਾਲੇ ਪਾਪ ਲੈ ਜਾਂਦੇ ਆ, ਉਸਤਤੀ ਕਰਨ ਵਾਲੇ ਪੁੰਨ ਲੈ ਜਾਂਦੇ ਆ, ਤੇ ਗੁਰਮੁਖ ਜਿਹੜੇ ਬੰਦਗੀ ਕਰਕੇ ਮੁਕਤ ਹੋ ਜਾਂਦੇ ਸੰਸਾਰ ਵਿੱਚੋਂ। ਇਸੇ ਵਾਸਤੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਸਤਤ ਨਿੰਦਾ ਦੋ ਤਿਆਗੈ। ਉਸਤਤੀ ਦੀ ਇੱਛਾ ਤੇ ਨਿੰਦਾ ਦੀ ਇੱਛਾ, ਇਹ ਦੋਵੇਂ ਛੱਡ ਦੇਣੀ ਚਾਹੀਦੀ। ਨਾ ਉਸਤਤੀ ਕਿਸੇ ਦੀ ਕਰੋ ਖੁਸ਼ਾਮਦ ਜਾਣ ਬੁੱਝ ਕਰਕੇ, ਹੁਣ ਇਹ ਔਗਣ ਕਹਿਣੇ ਗੁਣ, ਇਹ ਵੀ ਮਾੜਾ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ, ਇਹ ਜਿਹੜੇ ਤਿੰਨ ਗੁਣ ਬੰਨੀ ਫਿਰਦਾ ਹੈ ਨਾ, ਸੁੱਤ ਬਿੱਤ ਲੋਕ ਈਖਣਾ, ਇਹ ਲੋਕਾਂ ਦੀ ਵਡਿਆਈ ਦੀ ਇੱਛਾ, ਜਿਹੜੀ ਧਨ ਪਦਾਰਥ ਦੀ ਇੱਛਾ, ਪੁੱਤਰ ਧੀ ਹੋਵੇ,
ਜੇ ਪੁੱਤਰ ਧੀ ਹੋਇਆ ਫਿਰ ਸਾਰਿਆਂ ਤੋਂ ਚੰਗਾ ਹੋਵੇ। ਸਾਡੇ ਬੱਚੇ ਨੂੰ ਹਰ ਕੋਈ ਚੰਗਾ ਕਵੇ, ਹਰ ਇੱਕ ਥਾਂ ਤੇ ਉਹੋ ਹੀ ਨੰਬਰ ਲਿਆਵੇ। ਇਹ ਫਿਰ ਗਾਂ ਤੋਂ ਗਾਂ ਵਾਸ਼ਨਾਵਾਂ ਇਹਨਾਂ ਤਿੰਨਾਂ ਤੋਂ ਹੀ ਵੱਧਦੀਆਂ, ਸੰਸਾਰ ਦਾ ਪਸਾਰਾ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਤੂੰ ਛੱਡ ਦੇਣਾ ਕਰ, ਤੇ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਨਾ ਉਪਦੇਸ਼, ਉਹਨੂੰ ਕਮਾਉਣਾ ਕਰ ਭਾਈ ਹਿਰਦੇ ਵਿੱਚ। ਸਤਿਗੁਰ ਅੱਗੇ ਢਹਿ ਪਾਓ, ਸਭ ਕਿਛ ਜਾਣ ਜਾਣ। ਉਹ ਸਤਿਗੁਰੂ ਜੀ ਦੇ ਅੱਗੇ ਤੂੰ ਢਹਿ ਪੈ। ਇਹ ਨਾ ਕਹਿ ਕਿ ਫਲਾਣਾ ਈਰਖਾ ਕਰਦਾ, ਨਿੰਦਾ ਕਰਦਾ, ਉਹ ਜਾਣਦਾ ਹੈ ਸਭ ਕੁਝ। ਸਤਿਗੁਰੂ ਸਾਹਿਬ ਜੀ ਸਭ ਕੁਛ ਜਾਣੈ ਜਾਣ, ਉਹ ਜਾਣੀ ਜਾਣ ਨੇ। ਉਹ ਅੰਤਰਜਾਮੀ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੂੰ ਗੁਰੂ ਅੱਗੇ ਟਹਿ ਪਾਓ, ਤੂੰ ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਇਸ ਤਰੀਕੇ ਨਾਲ ਨਿਮਰਤਾ ਦੇ ਨਾਲ ਆਪਣੇ ਮਨ ਨੂੰ, ਤਨ ਨੂੰ, ਧਨ ਨੂੰ, ਸਭ ਨੂੰ ਸਤਿਗੁਰੂ ਜੀ ਦੇ ਅੱਗੇ ਸੌਂਪਣਾ ਕਰ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਜਿਹੜੀਆਂ ਆਸਾਂ ਲਾਈਆਂ ਧੀਆਂ ਪੁੱਤਰਾਂ ਦੇ ਉੱਤੇ, ਜਿਹੜੀ ਆਸ ਲਾਈ ਹੈ ਦੁਨੀਆ ਦੇ ਉੱਤੇ, ਮਨਸਾ ਮਨ ਦੇ ਵਿੱਚੋਂ ਉੱਠਣ ਵਾਲੇ ਜਿਹੜੇ ਫੁਰਨੇ ਇਤਿਆਦਿਕ ਨੇ। ਆਸ ਹੁੰਦੀ ਸਾਧ ਸੰਗਤ ਜੀ ਜਿਹੜੀ ਲੰਮੀ ਚੱਲੇ। ਜਿਵੇਂ ਬੱਚੇ ਨੇ ਜਨਮ ਲਿਆ ਤੇ ਉੱਤੇ ਆਪਾਂ ਆਸ ਲਾ ਲੈਂਦੇ, ਬੱਚਾ ਸਾਡਾ ਬੜਾ ਲਾਇਕ ਨਿਕਲੇਗਾ, ਸਾਨੂੰ ਬੜੀ ਸੋਭਾ ਵਡਿਆਈ ਦੁਨੀਆ ਵਿੱਚ ਦਿਵਾਵੇਗਾ, ਇਹ ਬੱਚਾ ਸਾਡਾ ਨਾਮ ਸਮਾਜ ਵਿੱਚ ਉੱਚਾ ਕਰੇਗਾ, ਇਹ ਕਮਾਈ ਕਰਕੇ ਲਿਆਵੇਗਾ, ਅਸੀਂ ਬੈਠੇ ਖਾਵਾਂਗੇ। ਇਹ ਆਸ ਬੜੀ ਲੰਮੀ ਹੈ, ਪਰ ਜੇ ਲਾਵਾਂਗੇ ਤਾਂ ਦੁਖੀ ਵੀ ਹੋਵਾਂਗੇ। ਕਈ ਵਾਰ ਕਹਿੰਦੇ ਕਿ ਔਲਾਦ ਹੋਣੀ ਚਾਹੀਦੀ ਹੈ, ਬੰਦਾ ਬਿਮਾਰ ਹੋਵੇ ਤੇ ਸੰਭਾਲਦੀ ਹੈ। ਨਹੀਂ ਸਾਧ ਸੰਗਤ ਜੀ, ਆਪਾਂ ਇਹ ਵੀ ਆਸ ਨਾ ਲਾਈਏ। ਪਹਿਲਾਂ ਆਸ ਲਾਵਾਂਗੇ ਤੇ ਜੇ ਬਿਮਾਰੀ ਵੇਲੇ ਸੰਭਾਲਿਆ ਨਾ ਤੇ ਦੁਖੀ ਹੋਵਾਂਗੇ। ਉਹਨੇ ਵਿਚਾਰੇ ਨੇ ਕੀ ਪਤਾ ਉਹਦੇ ਕਰਮ ਕਿੱਥੇ ਕਿੱਥੇ ਲਿਖੇ, ਉਹਨੇ ਕਿੱਥੇ ਜਾਣਾ, ਕਿੱਥੇ ਰਹਿਣਾ। ਜੇ ਪਾਸ ਨਾ ਰਹਿ ਸਕਿਆ ਕਿਤੇ ਕਰਮ ਗੇੜੇ ਅਨੁਸਾਰ, ਤੇ ਫਿਰ ਕੀ ਕਰਾਂਗੇ। ਇਸ ਵਾਸਤੇ ਵਾਹਿਗੁਰੂ ਤੇ ਆਸ ਲਾਈਏ, ਉਹਦੇ ਅੱਗੇ ਬੇਨਤੀ ਕਰੀਏ ਅਸੀਂ ਬਿਮਾਰ ਹੋਈਏ ਹੀ ਨਾ। ਆਪਾਂ ਕਿਉਂ ਆਸ ਲਾਈਏ ਕਿਸੇ ਦੇ ਉੱਤੇ ਕਿ ਅਸੀਂ ਬਿਮਾਰ ਹੋਵਾਂਗੇ ਤੇ ਸਾਡੀ ਕੋਈ ਸੇਵਾ ਕਰੂਗਾ ਬੱਚਾ। ਪਹਿਲਾਂ ਅਸੀਂ ਆਸ ਲਾਈ ਹੈ, ਬਿਮਾਰੀ ਮੰਗ ਰਹੇ ਹਾਂ, ਤੇ ਫਿਰ ਜੇ ਨੇ ਕਿਸੇ ਨੇ ਸੇਵਾ ਨਾ ਕੀਤੀ ਫਿਰ ਵੀ ਦੁਖੀ ਹੋ ਜਾਣਾ। ਗੁਰੂ ਸਾਹਿਬ ਭਰਮ ਤੇ ਤੋੜਦੇ ਹੀ ਹੈ ਨਾ ਕਿ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜਨ ਭਾਰ। ਤੇ ਫਿਰ ਇਸ ਤਰ੍ਹਾਂ ਹੀ ਪਤਾ ਲੱਗੇਗਾ ਨਾ ਕਿ ਕੋਈ ਨਹੀਂ ਕੋਲ ਰਹਿ ਕੇ ਸੇਵਾ ਕਰ ਸਕਦਾ ਕਿਸੇ ਦੀ। ਛੋਟਾ ਜਿਹਾ ਬੱਚਾ ਬਿਮਾਰ ਹੋ ਜੇ, ਉਹ ਨਹੀਂ ਸੰਭਾਲਿਆ ਜਾਂਦਾ, ਬਜ਼ੁਰਗ ਮੰਜੇ ਤੇ ਪਿਆ ਹੋਵੇ ਤੇ ਕਿੱਥੋਂ ਸੰਭਾਲ ਲਏਗਾ ਕੋਈ। ਇਸ ਵਾਸਤੇ ਸਤਿਗੁਰੂ ਜੀ ਤੇ ਮਹਾਰਾਜ ਕਿਰਪਾ ਕਰੋ ਕੋਈ ਰੋਗ ਹੀ ਨਾ ਲੱਗੇ। ਤੁਰਦੇ ਫਿਰਦੇ ਦੁਨੀਆ ਤੋਂ ਨਾਮ ਜਪਦੇ ਜਪਾਉਂਦੇ ਸੇਵਾ ਕਰਦੇ ਜਾਈਏ। ਆਸ ਲੰਮੀ ਹੁੰਦੀ ਹੈ ਤੇ ਮਨਸਾ ਹੁੰਦੇ ਮਨ ਦੇ ਵਿੱਚੋਂ ਨਿੱਕੇ ਨਿੱਕੇ ਫੁਰਨੇ ਜਿਹੜੇ ਉੱਠਦੇ ਰਹਿੰਦੇ। ਮਹਾਰਾਜ ਕਹਿੰਦੇ ਇਹ ਜਲਾਏ ਤੂੰ, ਇਹ ਗਿਆਨ ਰੂਪੀ ਅੱਗ ਦੇ ਵਿੱਚ ਸਾੜ ਦੇ ਤੇ ਸੰਸਾਰ ਵਿੱਚ ਪ੍ਰਾਹੁਣਾ ਬਣ ਕੇ ਰਹਿ। ਜਿਵੇਂ ਪ੍ਰਾਹੁਣਾ ਸਿਆਣਾ ਕਿਸੇ ਦੇ ਘਰ ਜਾਂਦਾ ਤੇ ਦਖਲਅੰਦਾਜ਼ੀ ਨਹੀਂ ਕਰਦਾ। ਪ੍ਰਾਹੁਣਾ ਕਿਸੇ ਦੇ ਘਰ ਜਾ ਕੇ ਆਪਣੀ ਇੱਛਾ ਅਨੁਸਾਰ ਮੰਗਦਾ ਨਹੀਂ, ਮੈਨੂੰ ਆਹ ਖਾਣ ਲਈ ਦਿਓ। ਭਾਵੇਂ ਘਰ ਵਾਲੇ ਪੁੱਛਦੇ ਵੀ ਹੋਣ ਕੀ ਛਕਣਾ ਹੈ, ਤੇ ਆਪਾਂ ਕਹਿ ਦਿੰਦੇ ਭਾਈ ਜੋ ਤੁਸੀਂ ਬਣਾ ਕੇ ਛਕਣਾ ਹੈ ਪਰਿਵਾਰ ਨੇ ਉਹ ਮੈਂ ਵੀ ਛਕ ਲਾਂਗਾ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਪ੍ਰਾਹੁਣਾ ਬਣ ਕੇ ਦੁਨੀਆ ਵਿੱਚ ਰਹਿਣਾ ਕਰ। ਸਤਿਗੁਰ ਕੈ ਭਾਣ ਪੀ ਚੱਲੈ, ਤਾ ਦਰਗਹਿ ਪਾਵਹਿ ਮਾਨ। ਮਹਾਰਾਜ ਕਹਿੰਦੇ ਨਾਲ ਭਾਈ ਇਹ ਕਰਤੱਵ ਰੱਖਦਾ ਹੋਇਆ, ਜੇ ਕੋਈ 19 ਕੀ ਹੁੰਦੀ ਹੈ, ਕੋਈ ਦੁੱਖ ਪੈਂਦਾ ਹੈ, ਜਾਂ ਕੋਈ ਸਾਧ ਸੰਗਤ ਜੀ ਕਿਤੇ ਕੋਈ ਬੇਇੱਜ਼ਤੀ ਹੁੰਦੀ, ਕੋਈ ਇਹੋ ਜੀ, ਉਹ ਵਾਹਿਗੁਰੂ ਦਾ ਭਾਣਾ ਮੰਨ ਕੇ ਪੀ ਬਹੁੜੋ। ਜੇ ਕਿਤੇ ਕੋਈ ਇਹੋ ਜੀ ਗੱਲ ਹੋ ਜਾਵੇ ਤਾਂ ਵੀ ਚੱਲ ਗੁਰ ਮਰਿਆਦਾ 'ਚ। ਇਹ ਨਹੀਂ ਕਿ ਗੁਰੂ ਸਾਹਿਬ ਨੇ ਸਾਨੂੰ ਦੁੱਖ ਕਿਉਂ ਦਿੱਤੇ ਹੈ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੂੰ ਉਹ ਇੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾਦਾਰ ਵੀ ਰਹੇ ਹੈ, ਗੁਰਮੁਖ ਪਿਆਰੇ। ਉਹਨਾਂ ਨੇ ਇਹ ਬਚਨ ਲਿਖਿਆ ਹੈ, ਮਹਾਂਪੁਰਖ ਹਸਪੀਟਲ ਵਿੱਚ ਸਨ ਤੇ ਆ ਕੇ ਕਹਿਣ ਲੱਗੇ ਜੀ ਲੋਕ ਕਹਿੰਦੇ ਆ ਕਿ ਇਹ ਨਾਮ ਜਪਦੇ ਆ ਦਿਨ ਰਾਤ, ਸਿਮਰਨ ਭਜਨ ਕਰਦੇ ਆ, ਤੇ ਸਤਿਗੁਰਾਂ ਦਾ ਬਚਨ ਹੈ ਕਿ ਜਰਾ ਮਾਰਾ ਜਿਹੜਾ ਰੋਗ ਇਤਿਆਦਿਕ ਹੈ, ਦੁੱਖ ਹੈ, ਹਰ ਜਨਹ ਨਹੀਂ ਨਿਕਟਾਨੀ। ਇਹ ਹਰੀ ਦੇ ਜਨ ਪਰਮਾਤਮਾ ਦੇ ਭਗਤਾਂ ਦੇ ਨੇੜੇ ਨਹੀਂ ਆਉਂਦਾ। ਰੋਗ ਸੋਗ ਅਰ ਜਰਾ ਮਾਰਾ, ਰੋਗ ਹੋ ਜਾਣਾ, ਕੋਈ ਅਫਸੋਸ ਹੋਣਾ, ਕੋਈ ਸਰੀਰ ਨੂੰ ਬਿਮਾਰੀਆਂ ਪੈ ਜਾਣੀਆਂ। ਮਰੀ ਦੀ ਬਿਮਾਰੀ ਜਿਵੇਂ ਪੈ ਜਾਂਦੀ ਹੈ,
ਜਰਾ ਬੁਢੇਪੇ ਦਾ ਰੋਗ ਬੜਾ ਦੁਖਦਾਈ ਹੈ, ਚੇਤਾ ਭੁੱਲ ਜਾਂਦਾ ਹੈ ਸਾਰਾ ਕੁਛ ਹੀ, ਦਿਮਾਗ ਕੰਮ ਹੀ ਨਹੀਂ ਕਰਦਾ, ਇਹ ਬੁਢੇਪੇ ਦਾ ਰੋਗ। ਜੇ ਦਿਮਾਗ ਅਖੀਰ ਤੱਕ ਕੰਮ ਕਰਦਾ ਰਹਿੰਦਾ ਹੈ ਤੇ ਫਿਰ ਸਰੀਰ ਬੁੱਢਾ ਹੋਇਆ, ਦਿਮਾਗ ਨਹੀਂ। ਨਾਮ ਜਪਣ ਵਾਲਿਆਂ ਦੀ ਸੁਰਤੀ ਬਿਰਤੀ ਕਾਇਮ ਰਹਿੰਦੀ ਹੈ, ਗੁਰਮੁਖ ਬੁੱਢੇ ਕਦੇ ਨਾ। ਤੇ ਜਰਾ ਮਾਰਾ ਮਹਾਰਾਜ ਜੀ ਕਹਿੰਦੇ ਕੋਈ ਹਰ ਜਨਾ ਨਹੀਂ ਨਿਕਟਾਨੀ, ਨੇੜੇ ਨਹੀਂ ਆਉਂਦਾ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਕਹਿੰਦੇ, ਭਾਈ ਕਪੂਰ ਸਿੰਘ ਜੀ ਬਰਾੜ, ਉਹ ਕਹਿੰਦੇ ਮਹਾਰਾਜ ਲੋਕ ਕਹਿੰਦੇ ਆ, ਤੇ ਮਹਾਂਪ੍ਰਕਾਸ਼ ਕਹਿੰਦੇ ਲੋਕ ਕਹਿੰਦੇ ਕਿ ਤੂੰ ਕਹਿੰਦਾ? ਕਹਿੰਦੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਆਤਮਾ ਬਿਲਕੁਲ ਨਿਰਲੇਪ ਹੈ, ਸਰੀਰ ਨੂੰ ਰੋਗ ਹੈ ਕੇਵਲ, ਆਤਮਾ ਨਿਰਲੇਪ ਹੈ, ਚੜ੍ਹਦੀ ਕਲਾ ਦੇ ਵਿੱਚ ਹੈ। ਜੇ ਕੱਲ ਨੂੰ ਸਰੀਰ ਛੱਡ ਗਏ ਤੇ ਲੋਕ ਫਿਰ ਇਹ ਵੀ ਕਹਿਣਗੇ ਬ੍ਰਹਮ ਗਿਆਨੀ ਹੋ ਕੇ ਸਰੀਰ ਕਿਉਂ ਛੱਡਿਆ? ਇਹ ਤਾਂ ਸਰੀਰਕ ਧਰਮ ਨੇ ਗੁਰਮੁਖੋ। ਦੁੱਖ ਸੁੱਖ ਆਉਣੇ, ਬਾਹਰਲੇ ਕਿਸੇ ਕੰਮਕਾਰ ਵਿੱਚ ਘਾਟੇ ਪੈ ਜਾਣੇ, ਇਹ ਅਧਿਆਤਮਕ ਨਹੀਂ ਹੈ। ਸਤਿਗੁਰੂ ਕਿਰਪਾ ਕਰਨ, ਇਸ ਵਾਸਤੇ ਮਹਾਰਾਜ ਕਹਿੰਦੇ ਭਾਣੇ ਵਿੱਚ ਵੀ ਚੱਲ। ਬਹੁਤ ਦੁਨੀਆ ਨਾਮ ਜਪਦੀ ਹੈ, ਸੇਵਾ ਕਰਦੀ ਹੈ, ਸਿਮਰਨ ਕਰਦੀ ਹੈ, ਪਰ ਭਾਣੇ ਵਿੱਚ ਕੋਈ ਵਿਰਲਾ ਚੱਲਦਾ ਹੈ, ਕਿਉਂਕਿ ਬਿਖਮ ਤੇਰਾ ਹੈ ਭਾਣਾ। ਭਾਣਾ ਮੰਨਣਾ ਬਹੁਤ ਜ਼ਿਆਦਾ ਔਖਾ ਸਾਧ ਸੰਗਤ ਜੀ। ਸਤਿਗੁਰੂ ਕਿਰਪਾ ਕਰਨ। ਕਹਿਣ ਨੂੰ ਬੜਾ ਨਿੱਕਾ ਹੁੰਦਾ ਹੈ ਇਹ ਅੱਖਰ ਭਾਣਾ, ਤੇ ਭਾਣੇ ਦਾ ਅੱਖਰ ਕੱਲਾ ਦੁਖਦਾਈ ਨਹੀਂ ਹੈ। ਖੁਸ਼ੀਆਂ ਦੇ ਵਿੱਚ ਕਈ ਸ਼ਰਾਬਾਂ ਪੀਣ ਪਿਉਣ ਲੱਗ ਪੈਂਦੇ ਹੈ, ਨਹੀਂ, ਗੁਰੂ ਦੀ ਮਰਿਆਦਾ ਵਿੱਚ ਰਹਿਣਾ, ਨਸ਼ਿਆਂ ਤੋਂ ਦੂਰ, ਫੈਸ਼ਨਬਾਜ਼ੀ ਤੋਂ ਦੂਰ, ਭਾਵੇਂ ਵਿਆਹ ਸ਼ਾਦੀਆਂ ਹੋਣ, ਸੁੱਖਾਂ ਦੇ ਵਿੱਚ ਵੀ ਗੁਰ ਮਰਿਆਦਾ ਦਾ ਤਿਆਗ ਨਹੀਂ ਕਰਨਾ। ਭਾਣੇ ਵਿੱਚੋਂ, ਭਾਣਾ ਨਾਮ ਹੈ ਹੁਕਮ ਦਾ, ਬਚਨਾਂ ਵਿੱਚ ਚੱਲਣਾ, ਰਹਿਤ ਮਰਿਆਦਾ ਵਿੱਚ ਚੱਲਣਾ। ਤੇ ਜੇ ਕੋਈ ਸਰੀਰਕ ਦੁਖਦਾਈ ਆ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਸੰਸਾਰ ਵਿੱਚ ਕੋਈ ਚੜ੍ਹਾਈ ਕਰ ਜਾਂਦਾ ਜਾਂ ਕੋਈ ਹੋਰ ਐਸਾ ਹੋ ਜਾਂਦਾ ਕੰਮ, ਉੱਥੇ ਵੀ ਵਾਹਿਗੁਰੂ ਦੇ ਭਾਣੇ ਵਿੱਚ ਚੱਲਣਾ। ਮਹਾਰਾਜ ਕਹਿੰਦੇ ਇਹ ਵੀ ਚੱਲ, ਤਾਂ ਦਰਗਹ ਪਾਵਹਿ ਮਾਣ, ਤਾਂ ਦਰਗਾਹ ਵਿੱਚ ਮਾਣ ਸਤਕਾਰ ਮਿਲੇਗਾ। ਨਾਨਕ ਜੇ ਨਾਮ ਨ ਚੇਤਨੀ, ਤਿਨ ਧਿਗ ਪਹਿਨਨ ਧਿਗ ਖਾਨ। ਸਾਧ ਸੰਗਤ ਜੀ ਗੱਜ ਕੇ ਪਿਆਰ ਨਾਲ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਨਹੀਂ ਨਾ ਚੇਤੇ ਕਰਦੇ, ਇਹ ਮਨੁੱਖਾ ਜਨਮ ਲੈ ਕੇ ਸਿਮਰਨ ਨਹੀਂ ਕਰਦੇ, 5 ਮਿੰਟ ਵੀ ਨਹੀਂ ਕਦੀ ਬਹਿੰਦੇ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿਹੜਾ ਆਧੀ ਘੜੀ 5 ਮਿੰਟ ਵੀ ਨਹੀਂ ਨਾਮ ਜਪਦਾ, ਨਾਮ ਨਾ ਚੇਤਨੀ, ਜਿਹੜੇ ਚੇਤੇ ਨਹੀਂ ਕਰਦੇ ਉਸ ਵਾਹਿਗੁਰੂ ਨੂੰ, ਤਿੰਨ ਧਿਗ ਪਹਿਨਣ ਤਿੰਨ ਧਿਗ ਖਾਣ, ਉਹਨਾਂ ਦਾ ਖਾਧਾ ਹੋਇਆ ਤ੍ਰਿਕਾਰ ਹੈ। ਕਿਸੇ ਨੇ ਨੂੰ ਫਿਟੇ ਮੂੰਹ ਕਹਿ ਦਈਏ, ਉਹ ਦੁਖੀ ਹੁੰਦਾ ਹੈ, ਗੁੱਸਾ ਕਰਦਾ ਹੈ ਕਿ ਮੈਨੂੰ ਮਾੜਾ ਲਫ਼ਜ਼ ਬੋਲਿਆ। ਫਿਟੇ ਮੂੰਹ ਤੋਂ ਅੱਗੇ ਹੈ ਲਾਨਤ, ਤੇ ਲਾਨਤ ਤੋਂ ਅੱਗੇ ਹੈ ਤ੍ਰਿਗ। ਤੇ ਮਾਰੇ ਕਹਿੰਦੇ ਉਹਨਾਂ ਦਾ ਤ੍ਰਿਗ ਪਹਿਨਣਾ ਤੇ ਤ੍ਰਿਗ ਉਹਨਾਂ ਦਾ ਖਾਣਾ। ਜਿਹੜਾ ਸੰਸਾਰੀ ਆਪਾਂ ਬਿਲਕੁਲ ਸਹੀ ਸਲਾਮਤ ਖਾਂਦੇ, ਇਹ ਨਹੀਂ ਕਿ ਸ਼ਰਾਬ ਮੀਟ ਜਾਂ ਗਲਤ ਚੀਜ਼ਾਂ, ਨਸ਼ੇ ਇਤਿਆਦਿਕ ਦੀ ਗੱਲ ਨਹੀਂ। ਇੱਥੇ ਆਮ ਨਾਰਮਲ ਖੁਰਾਕ ਜਿਹੜੀ ਇਨਸਾਨ ਦੀ ਹੈ ਨਾ, ਮਾਰੇ ਕਹਿੰਦੇ ਜੇ ਨਾਮ ਨਹੀਂ ਚੇਤੇ ਕਰਦਾ ਤੇ ਉਹਦਾ ਖਾਣਾ ਪੀਣਾ ਪਹਿਨਣਾ ਜਿਹੜਾ ਹੈ ਉਹ ਤ੍ਰਿਗਾਕਾਰ ਹੈ। ਤ੍ਰਿਗ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਹਨ। ਹਰ ਗੁਣ ਤੋਟ ਨ ਆਵਈ, ਕੀਮਤ ਕਹਿਣ ਨ ਜਾਏ। ਮਾਰੇ ਕਹਿੰਦੇ ਵਾਹਿਗੁਰੂ ਦੇ ਗੁਣਾਂ ਦਾ ਕੋਈ ਤੋਟਾ ਘਾਟਾ ਨਹੀਂ ਆਉਂਦਾ, ਨਾ ਹੀ ਉਹਨਾਂ ਦੀ ਕੀਮਤ ਕਹੀ ਜਾ ਸਕਦੀ ਹੈ ਕਿ ਉਹਦੇ ਗੁਣ ਜਿਹੜੇ ਇੰਨੀ ਕੁ ਨਾਲ ਮਿਲ ਜਾਣਗੇ। ਹੁਣ ਕਿਸੇ ਵਿੱਚ ਸਬਰ ਸੰਤੋਖ ਹੈ, ਦੁਨੀਆ ਦੀ ਸਾਰੀ ਜਾਇਦਾਦ ਦੇ ਦਿੱਤੀ ਜਾਵੇ ਭਾਵੇਂ ਕਿਸੇ ਨੂੰ, ਜਿਹਦੇ ਕੋਲ ਸਬਰ ਤੇ ਸੰਤੋਖ ਹੈ ਉਹ ਕਹੇਗਾ ਭਾਈ ਇਹ ਵਿਕ ਨਹੀਂ ਸਕਦਾ। ਅਮੁੱਲ ਗੁਣ ਅਮੁੱਲ ਵਪਾਰ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਥੇ ਇਹੋ ਹੀ ਭਾਵ ਹੈ ਜਿਹੜਾ ਕੀਮਤ ਤੋਂ ਭਾਵ ਮਹਾਰਾਜ ਨੇ ਕਿਹਾ, ਉਹ ਕੀਮਤ ਕਹੀ ਨਹੀਂ ਜਾ ਸਕਦੀ ਹੈ। ਜਿਹੜੇ ਉਹਦੇ ਗੁਣ ਨੇ ਉਹਦੀਆਂ ਬਖਸ਼ਾਂ ਮੁਲਕ ਹਨ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹਿ ਰਹਿ ਸਮਾਏ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਹਰੀ ਦੇ ਗੁਣਾਂ ਦਾ ਉਚਾਰਨ ਕਰਦੇ ਹਨ ਤੇ ਗੁਣਾਂ ਦੇ ਵਿੱਚ ਹੀ ਹਰ ਟਾਈਮ ਸਮਾਏ ਰਹਿੰਦੇ, ਅਥਵਾ ਸਮਾਹੜਾ ਉਹਨਾਂ ਨੂੰ ਆਨੰਦ ਮਿਲਦਾ ਹੈ। ਪੌੜੀ। ਪੌੜੀ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਇਹ ਪੌੜੀ ਜਿਹੜੀ
ਵਾਰ ਤੋਂ ਭਾਵ ਹੁੰਦਾ ਹੈ ਤੇ ਵਾਰ ਹੈ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ। ਸੋਰਠ ਕੀ ਵਾਰ ਮਹੱਲਾ ਚੌਥਾ ਬਚਨ ਸਿਰਲੇਖ ਵਿੱਚ ਲਿਖਿਆ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਕਿਰਪਾ ਕਰਦੇ ਹਨ। ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ। ਭਾਈ ਇਹ ਜਿਹੜੀ ਵਾਹਿਗੁਰੂ ਨੇ ਚੋਲੀ, ਆ ਜਿਹੜਾ ਸਰੀਰ ਹੈ ਨਾ, ਇਹ ਚੋਲੀ ਕੱਪੜਾ, ਜਿਵੇਂ ਚੋਲਾ ਨਹੀਂ ਪਾਇਆ ਆਪਾਂ, ਇਹ ਬਸਤਰ ਪਾਉਂਦੇ ਆ, ਭੈਣਾਂ ਪਾਉਂਦੀਆਂ ਹੁੰਦੀਆਂ, ਚੋਲੀ ਪਾਉਂਦੀਆਂ ਹੁੰਦੀਆਂ, ਉਹ ਕੁੜਤੀ। ਮਹਾਰਾਜ ਕਹਿੰਦੇ ਉਹ ਜਿਹੜੇ ਕੱਢ ਕੱਢ ਕੇ ਕਹਿੰਦੇ ਸੋਹਣੀ ਉਹ ਕਢਾਈ ਕਰਕੇ ਪਾਉਂਦੀਆਂ। ਇਸ ਤਰ੍ਹਾਂ ਇਹ ਸਰੀਰ ਰੂਪੀ ਜਿਹੜੀ ਇਹ ਚੋਲੀ ਦਿੱਤੀ ਹੈ ਨਾ ਵਾਹਿਗੁਰੂ ਜੀ ਨੇ, ਕੁੜਤੀ ਹੈ ਜਿਹੜੀ, ਇਹ ਸਾਨੂੰ ਬਸਤਰ ਦਿੱਤਾ ਹੈ। ਕਿਉਂਕਿ ਜਿਵੇਂ ਬਸਤਰ ਲਾਹ ਲਈਦਾ, ਇਵੇਂ ਆਤਮਾ ਨੇ ਸਰੀਰ ਵੀ ਲਾਹ ਦੇਣਾ ਇੱਕ ਦਿਨ। ਜਿੱਦਣ ਹੁਕਮ ਆਇਆ ਆਪਾਂ ਛੱਡ ਕੇ ਚਲੇ ਜਾਣਾ। ਇਸ ਵਾਸਤੇ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਕੱਢ ਪੈਦੀ ਭਗਤ ਕਰ। ਭਗਤ ਇਹ ਤੱਤੇ ਨੂੰ ਸਿਹਾਰੀ ਹੈ, ਇੱਥੇ ਇਹਦਾ ਭਾਵ ਹੈ ਪ੍ਰੇਮਾ ਭਗਤੀ। ਜੇ ਤੱਤੇ ਨੂੰ ਸਿਹਾਰੀ ਨਾ ਹੁੰਦੀ ਤੇ ਭਗਤ, ਭਗਤ ਦਾ ਵਾਚਕ ਹੋਣਾ ਸੀ, ਭਗਤੀ ਕਰਨ ਵਾਲਾ। ਪਰ ਇੱਥੇ ਭਗਤ ਹੈ, ਪ੍ਰੇਮਾ ਭਗਤੀ ਕਰ। ਇਹ ਨਹੀਂ ਕਿ ਮੈਂ ਨਿਤਨੇਮ ਕਰ ਲਿਆ ਜਾਂ ਮੈਂ ਨੇਮ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਪਰਸਨ ਕਰ ਲਿਆ, ਬਸ ਨੇਮ ਨਹੀਂ, ਪ੍ਰੇਮ ਵੀ ਕਰ, ਉਹਨੂੰ ਯਾਦ ਕਰਦਾ ਰਹਿ। ਉਹਦੇ ਯਾਦ ਦੇ ਵਿੱਚ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਤਰੀਕੇ ਨਾਲ ਹਰ ਟਾਈਮ ਹੀ ਨਾਮ ਜਪਦੇ ਰਹਿਣਾ। ਜਿਵੇਂ ਸਾਧ ਸੰਗਤ ਜੀ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਮਹਾਂਪੁਰਖ ਹਰ ਟਾਈਮ ਹੀ 8-8 ਸੁਖਮਨੀ ਸਾਹਿਬ ਜੀ ਦੇ ਪਾਠ, 5 ਗ੍ਰੰਥੀ ਦਾ ਨਿਤਨੇਮ, ਸਾਰੀ ਰਾਤ ਚੌਪਈ ਸਾਹਿਬ ਜੀ ਦੇ ਪਾਠ ਉਹਨਾਂ ਦਿਨਾਂ ਵਿੱਚ ਜਦੋਂ ਸੰਘਰਸ਼ ਚੱਲਦਾ ਸੀ। ਮੈਨੂੰ ਅੱਜ ਵੀ ਚੇਤਾ, ਮੈਨੂੰ ਨੀਂਦ ਆਉਂਦੀ ਸੀ, ਮੈਨੂੰ ਕਹਿੰਦੇ ਉੱਠ ਕੇ ਬਾਣੀ ਸੁਣਾ, ਫਿਰ ਵੀ ਨੀਂਦ ਆਵੇ, ਕਹਿੰਦੇ ਤੁਰ ਫਿਰ ਕੇ ਸੁਣਾਈ ਜਾ, ਫਿਰ ਵੀ ਮੈਂ ਡਿੱਗਣ ਪੈਂਦਾ ਸੀ। ਪਰ ਆਪ ਜੀ ਐਨ ਚੌਂਕੜਾ ਮਾਰ ਕਰਕੇ ਮੰਜੇ ਤੇ ਬੈਠ ਕੇ ਸਾਰੀ ਰਾਤ ਬਾਣੀ ਸੁਣਦੇ ਰਹਿਣਾ, ਦਿਨੇ ਵੀ ਸਾਰੀ ਦਿਹਾੜੀ ਸੰਗਤਾਂ ਦੇ ਵਿੱਚ। ਇਹਨੂੰ ਕਹਿੰਦੇ ਪ੍ਰੇਮਾ ਭਗਤੀ। ਸਾਧ ਸੰਗਤ ਜੀ ਮਾਰ ਕਹਿੰਦੇ ਸਰੀਰ ਰੂਪੀ ਜਿਹੜੀ ਦੇਹੀ ਹੈ ਨਾ, ਸਰੀਰ ਤੇਰਾ ਇਹ ਚੋਲੀ ਹੈ, ਇੱਕ ਬਸਤਰ ਹੈ, ਇਹਨੂੰ ਪ੍ਰੇਮਾ ਭਗਤੀ ਦੇ ਉੱਤੇ ਕਢਾਈ ਕਰ। ਹਰ ਪਾਟ ਲੱਗਾ ਅਧਿਕਾਈ ਬਹੁ ਵਿਦ ਭਾਤ ਕਰ। ਤੇ ਜਿਹੜਾ ਪ੍ਰੇਮਾ ਭਗਤੀ ਚ ਲੱਗਾ ਹਰ ਪਾਟ ਨਾਮ ਹੁੰਦਾ ਚਾਤੁਰਤਾਈ, ਉਹਦੇ ਕੋਲ ਬਹੁਤ ਜ਼ਿਆਦਾ ਹੈ, ਬਹੁਤ ਚਤੁਰ ਹੈ। ਕਬੀਰ ਚਤੁਰਾਈ ਅਤ ਘਨੀ ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖਿਲ ਨਾ ਗਿਰੈ ਤਾਂ ਠਾਹਰ ਨਾ ਹੈ। ਜਿਵੇਂ ਤਮਾਸ਼ਾ ਵਿਖਾਉਣ ਵਾਲਾ ਪਤਲੀ ਜੀ ਰੱਸੀ ਤੇ ਚੱਲਦਾ ਹੈ ਜਾਂ ਸੂਲੀ ਦੇ ਉੱਤੇ ਤਮਾਸ਼ਾ ਵਿਖਾਉਂਦਾ ਹੈ, ਜੇ ਮਾੜਾ ਜਿਹਾ ਪੈਰ ਥਿੜਕ ਗਿਆ ਤੇ ਅੰਦਰ ਪੇਟਾ ਸਭ ਕੁਝ ਪਾੜ ਜਾਏਗਾ। ਇਸ ਤਰ੍ਹਾਂ ਜੇ ਰਿੱਧੀਆਂ ਸਿੱਧੀਆਂ ਵਿਖਾਉਣ ਲੱਗ ਪਿਆ ਸਭ ਕੁਝ ਜਾਂਦਾ ਰਹਿਣੀ, ਕਿਉਂਕਿ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਆਪਾਂ ਕਈ ਵਾਰ ਕਹਿੰਦੇ ਮਹਾਂਪੁਰਖ ਹੈ, ਪਤਾ ਤੇ ਲੱਗਦਾ ਨਹੀਂ। ਗੁਰਮੁਖੋ, ਜਿੱਥੇ ਮਹਾਂਪੁਰਖਾਂ ਦੇ ਗੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੱਸਦੇ ਆ ਨਾ ਸਾਨੂੰ, ਉੱਥੇ ਸਾਧ ਸੰਗਤ ਜੀ ਨਾਲ ਇਹ ਵੀ ਬਚਨ ਚੇਤੇ ਰੱਖਿਆ ਕਰੋ। ਉਹ ਇਹ ਵੀ ਬਚਨ ਕਹਿੰਦੇ ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਕਿ ਕਿਸੇ ਨੂੰ ਭੇਤ ਨਹੀਂ ਦਿੰਦੇ। ਤੇ ਜੇ ਭੇਤ ਨਹੀਂ ਦੇਣਾ ਤੇ ਫਿਰ ਕੋਈ ਨਾ ਕੋਈ ਇਹੋ ਜਿਹੇ ਬਾਹਰੋਂ ਉਹਨਾਂ ਨੂੰ ਦੁਨਿਆਵੀ ਕੰਮ ਸੁਭਾਵਕ ਹੀ ਵਿਚਰਨਾ ਹੀ ਪਵੇਗਾ ਇਸ ਢੰਗ ਦੇ ਨਾਲ ਕਿ ਕਿਸੇ ਨੂੰ ਪਤਾ ਨਾ ਲੱਗੇ ਇਹ ਬ੍ਰਹਮ ਗਿਆਨੀ ਹੈ। ਹੋਣ ਨਜੀਕ ਖੁਦਾਏ ਦੇ ਨੇੜੇ ਵੀ ਹੋਣ, ਖੁਦਾ ਦਾ ਰੂਪ ਹੀ ਹੋ ਜਾ, ਵਾਹਿਗੁਰੂ ਦੇ ਵਿੱਚ ਮਿਲ ਹੀ ਜਾਣ। ਤੇ ਤਾਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂਦ, ਰੁੱਖਾਂ ਵਰਗਾ ਚਿਹਰਾ। ਫਲ ਵੀ ਤੋੜ ਕੇ ਖਾਂਦੇ ਆ, ਇੱਟੇ ਵੱਟੇ ਵੀ ਮਾਰਦੇ ਆ, ਉਹਨਾਂ ਦੇ ਵੱਢ ਟੁੱਕ ਕੇ ਲੱਕੜਾਂ ਵੀ ਕੰਮ ਲੈ ਲੈਂਦੇ ਆ। ਮਾਰੇ ਕਹਿੰਦੇ ਇਸ ਤਰ੍ਹਾਂ ਦਾ ਜੀਰਾ ਚਾਹੀਦਾ ਭਗਤਾਂ ਦਾ। ਕੋਈ ਨਿੰਦਾ ਕਰਦਾ ਰਹੇ, ਕੋਈ ਮਾਰਦਾ ਰਹੇ, ਕੋਈ ਜੋ ਮਰਜ਼ੀ ਕਹਿੰਦਾ ਰਹੇ। ਸੁਭਾਵਕ ਕਿਤੇ ਬਚਨ ਨਿਕਲ ਜਾਵੇ, ਕਿਸੇ ਦਾ ਕਰਮ ਮਾੜਾ ਹੈ, ਕੋਈ ਬਚਨ ਨਿਕਲ ਜਾਏ ਉਸ ਤਰ੍ਹਾਂ ਦਾ, ਜੋ ਸੰਤ ਸਰਾਪਿਆ ਸੇ ਫਿਰ ਭਵੰਦੇ, ਜਾਂ ਕਿਤੇ ਵਰੋਸਾਇਆ ਜਾਂਦਾ ਉਹ ਆਪਣੇ ਕਰਮਾਂ ਕਰਕੇ ਹੁੰਦਾ। ਇਹਦੇ ਵਿੱਚ ਭਗਤਾਂ ਦਾ ਦੋਸ਼ ਨਹੀਂ ਹੁੰਦਾ। ਅਤੇ ਅਤਿਅੰਤ ਚਤੁਰਾਈ ਹੈ। ਹਰ ਪਾਠ ਲੱਗਾ ਅਧਿਕਾਈ, ਜਿਹੜੇ ਹਰੀ ਵਾਹਿਗੁਰੂ ਦੇ ਪਾਠ ਲੱਗਾ ਅਧਿਕਾਈ, ਪਾਠ ਬਹੁਤੀ ਚਾਤੁਰਤਾ ਦੇ ਨਾਲ, ਬਹੁਤ ਜ਼ਿਆਦਾ ਅਧਿਕ ਉਹਦੇ ਵਿੱਚ ਲੱਗੇ ਹੋਏ ਨੇ, ਬੜੇ ਤਰੀਕਿਆਂ ਨਾਲ। ਕਦੀ ਸੇਵਾ ਕਰਦੇ ਆ, ਕਦੀ ਬਰਤਨ ਮਾਂਜਦੇ ਆ, ਕਦੀ ਕਥਾ ਸੁਣਦੇ ਨੇ, ਕਦੀ ਕੀਰਤਨ ਕਰਦੇ ਨੇ ਆਪ, ਕਦੀ ਬਾਣੀ ਪੜ੍ਹਨ ਲੱਗ ਪੈਂਦੇ ਆ, ਕਦੀ ਦੂਸਰੇ ਨੂੰ ਕਹਿੰਦੇ ਭਾਈ ਬਾਣੀ ਸੁਣਾ। ਇਸ ਤਰੀਕੇ ਨਾਲ ਉਹ ਲੱਗੇ ਰਹਿੰਦੇ ਹਨ। ਕੋਈ ਬੂਝੈ ਬੂਝਣ ਹਾਰਾ ਅੰਤਰ
ਵਿਵੇਕ ਕਰ। ਕੋਈ ਭਾਈ ਅੰਦਰ ਦੇ ਵਿਵੇਕ ਜੋ ਸਤਿਗੁਰੂ ਪਰਮਾਤਮਾ ਬਖਸ਼ ਦੇਵੇ, ਕੋਈ ਵਿਰਲਾ ਹੈ ਜਿਹੜਾ ਵਾਹਿਗੁਰੂ ਜਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਬੁੱਝ ਸਕਦਾ ਹੈ ਆਤਮਿਕ ਗਿਆਨ ਦੁਆਰਾ। ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ। ਭਾਈ ਉਹੋ ਹੀ ਬੁੱਝ ਸਕਦਾ ਹੈ, ਸਮਝ ਸਕਦਾ ਹੈ ਆਤਮਿਕ ਗਿਆਨ ਕੀ ਹੁੰਦਾ। ਵਿਵੇਕ ਆਪਾਂ ਕਹਿ ਦਿੰਦੇ ਹਾਂ ਵਿਵੇਕ ਰੱਖਦੇ ਹਾਂ ਜੀ, ਠੀਕ ਹੈ, ਬਾਹਰੋਂ ਰੱਖਣਾ ਚਾਹੀਦਾ। ਆ ਪਿੱਛੇ ਕਰੋਨੇ ਦੀ ਬਿਮਾਰੀ ਵਿੱਚ ਕੀ ਕਹਿੰਦੇ ਸੀ, ਨਾ ਖਾਓ, ਕਿੰਨੇ ਚੰਗੇ ਰਹੇ। ਜੇ ਆਪਾਂ ਵਿਵੇਕ ਰੱਖਾਂਗੇ, ਸਰੀਰ ਕਰਕੇ ਵੀ ਰਹਿਤ ਮਰਿਆਦਾ 'ਚ ਪਰਪੱਕ ਕਰਾਵਾਂਗੇ ਨਾ ਸਾਧ ਸੰਗਤ ਜੀ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਵਾਂਗੇ, ਕਿਉਂਕਿ ਅੱਜ ਕੱਲ੍ਹ ਮਿਲਾਵਟ ਬਹੁਤ ਜ਼ਿਆਦਾ ਹੈ। ਦੂਸਰਾ, ਸਾਡੇ ਜ਼ੁਬਾਨ ਕੰਟਰੋਲ 'ਚ ਰਹੇਗੀ। ਜਦੋਂ ਪਤਾ ਹੈ ਆਪਾਂ ਘਰ ਬਣਾ ਕੇ ਹੀ ਖਾਣਾ ਹੈ ਤੇ ਫਿਰ ਬਾਹਰੋਂ ਵੇਖ ਕਰਕੇ ਮਨ ਡੋਲੇਗਾ ਨਹੀਂ ਬਹੁਤਾ। ਜੇ ਡੋਲਦਾ ਵੀ ਉਹਨੂੰ ਰੋਕ ਕੇ ਰੱਖਾਂਗੇ, ਕਿਉਂਕਿ ਸਤਿਗੁਰਾਂ ਦਾ ਪ੍ਰਸਾਦ ਬਚਨ ਹੈ, ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਾਹੀ ਆਦ ਜੁਗਾਦ। ਆ ਇੱਕ ਦਿਨ ਵੀਡੀਓ ਦੇਖ ਰਹੇ ਸੀ, ਉਹਦੇ ਵਿੱਚ ਕੋਈ ਰਸ ਬਣਾ ਰਹੇ ਸੀ, ਆ ਜਿਹੜੇ ਆਪਾਂ ਰਸ ਖਾਂਦੇ ਆ ਭਿਉਂ ਕੇ ਕਈ ਵਾਰ, ਉਹਨੂੰ ਉਹ ਪਹਿਲਾਂ ਉਹਨੇ ਉੱਤੇ ਪੈਰ ਰੱਖੇ ਮੂਰਖ ਨੇ, ਫਿਰ ਉਹਨੂੰ ਜ਼ੁਬਾਨ ਨਾਲ ਚੱਟ ਚੱਟ ਕੇ ਪੈਕਿੰਗ ਕਰੇ। ਹੁਣ ਕਿੰਨਿਆਂ ਦਾ ਕੀਤੀ, ਇੱਕ ਨੇ ਗਲਤੀ ਤੇ ਕਿੰਨੀਆਂ ਕੰਪਨੀਆਂ ਦਾ ਭਰੋਸਾ ਗਿਆ। ਤੇ ਇਸ ਤਰ੍ਹਾਂ ਦੇ ਮੂਰਖ ਫਿਰ ਸਾਡੀ ਜੋ ਸਤਿਗੁਰਾਂ ਨੇ ਦੱਸੀ ਰਹਿਤ ਮਰਿਆਦਾ ਟੁੱਟੇਗੀ। ਇਸ ਵਾਸਤੇ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਆਤਮਿਕ ਵਿਵੇਕ ਵੀ ਰੱਖ। ਜਿੱਥੇ ਬਾਹਰਲੀ ਰਹਿਤ ਮਰਿਆਦਾ ਰੱਖਣੀ ਹੈ ਨਾ, ਪਰਪੱਕ ਰਹਿਣਾ ਵਿਵੇਕ ਵਿੱਚ, ਉੱਥੇ ਅੰਦਰ ਦਾ ਵਿਵੇਕ ਵੀ ਰੱਖ। ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਪਾਪੀ ਹੈ, ਪੁੰਨੀ ਹੈ, ਧਰਮੀ ਹੈ, ਕੁਕਰਮੀ ਹੈ, ਜੋ ਵੀ ਹੈ, ਸਭ ਵਾਹਿਗੁਰੂ ਦੀ ਜੋਤ ਹੈ। ਇਹ ਜਿਹੜਾ ਵਿਵੇਕ ਕੋਈ ਵਿਰਲਾ ਹੀ ਬੁੱਝਦਾ ਹੈ, ਜਿਹਨੂੰ ਵਾਹਿਗੁਰੂ ਸਮਝਾਵੇ। ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਰ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹੈ, ਕਹਿੰਦੇ ਭਾਈ ਅਸੀਂ ਵਿਚਾਰ ਕਹਿੰਦੇ ਆ, ਮੁਖੀ ਸਤਿਗੁਰੂ ਪਰਮਾਤਮਾ ਗੁਰਮੁਖ ਹਰ ਸਤਿਗੁਰ, ਜੋ ਸਤ ਹਰ, ਜੋ ਹਰੀ ਅਕਾਲ ਪੁਰਖ ਵਾਹਿਗੁਰੂ, ਉਹ ਵੀ ਸਦੀਵੀ ਸਤ ਹੈ। ਤੇ ਜਿਹੜੇ ਉਹਦੇ ਗੁਰਮੁਖ ਨੇ, ਪਿਆਰੇ ਨੇ ਵਾਹਿਗੁਰੂ ਦੇ, ਉਹ ਵੀ ਸਦੀਵੀ ਨੇ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਵੀ ਸਦਾ ਪਰਮਾਤਮਾ ਵਾਹਿਗੁਰੂ ਦਾ ਰੂਪ ਹੀ ਹੈ, ਕੋਈ ਫਰਕ ਨਾ ਸਮਝਣਾ ਕਰ। ਇਸ ਤਰ੍ਹਾਂ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ, ਆਪਣੇ ਤੇ ਬਖਸ਼ਿਸ਼ ਕੀਤੀ ਹੈ। ਹੁਣ ਸਾਧ ਸੰਗਤ ਜੀ, ਜੋ ਲੜੀਵਾਰ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਕਥਾ ਚੱਲਦੀ ਹੈ, ਉਹ ਆਪਾਂ ਸਰਵਣ ਕਰੀਏ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ। ਰਾਖ ਲਿਏ ਪ੍ਰਭ ਭਗਤ ਜਨਾ, ਆਪਣੀ ਚਰਨੀ ਲਾਏ RAM। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਭਾਈ, ਆਪਣੇ ਚਰਨਾਂ ਦੇ ਨਾਲ ਲਾ ਕਰਕੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਉਹ ਵਾਹਿਗੁਰੂ ਆਪਣੇ ਭਗਤਾਂ ਨੂੰ ਰੱਖਦਾ ਕਿਵੇਂ? ਜਿਹੜੇ ਸੱਤ ਹੈ ਨਾ, ਜਿਹੜੇ ਵਾਹਿਗੁਰੂ ਦੇ ਪਿਆਰੇ ਸਾਹਿਬ ਗੁਰੂ ਰਾਮਦਾਸ ਜੀ ਨੇ ਹੁਣੇ ਪੌੜੀ ਵਿੱਚ ਬਚਨ ਕਿਹਾ ਕਿ ਪਰਮਾਤਮਾ ਸੱਤ ਹੈ, ਉਹਦੇ ਗੁਰਮੁਖ ਵੀ ਸੱਤ ਨੇ। ਉਹਨਾਂ ਨੂੰ ਰੱਖਦਾ ਕਿਵੇਂ ਮਹਾਰਾਜ ਇਹ ਸੰਸਾਰ ਵਿੱਚ? ਮਹਾਰਾਜ ਕਹਿੰਦੇ ਰਾਖ ਲਿਏ ਪ੍ਰਭ। ਪ੍ਰਭ ਜੋ ਚੇਤਨ ਸਰੂਪ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਸ਼ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖੇ ਬਚਨ ਕਹਿੰਦੇ, ਭਾਈ ਫੱਗਣ ਦੇ ਮਹੀਨੇ ਦੀ ਕਥਾ ਵਿੱਚ ਆਪ ਜੀ ਨੇ ਸੁਣਨਾ ਹੈ ਜੇ ਅਰਥ। ਜੇ ਭੱਬੇ ਨੂੰ ਔਂਕੜ ਹੋਵੇ, ਪ੍ਰਭੂ ਪਾਠ ਹੋਵੇ, ਉਹ ਵਿਆਪਕ ਦਾ ਅਰਥ ਹੁੰਦਾ। ਤੇ ਜਿੱਥੇ ਭੱਬੇ ਨੂੰ ਸਿਹਾਰੀ ਆ ਜਾਵੇ, ਜਿਵੇਂ ਇੱਥੇ ਹੈ ਪ੍ਰਭ, ਇਹ ਚੇਤਨ ਸਰੂਪ ਦਾ ਅਰਥ ਹੈ। ਜਿਹੜਾ ਚੇਤਨ ਹੈ ਨਾ, ਕਣ ਕਣ ਦੇ ਵਿੱਚ ਅੰਦਰ ਬੈਠਾ ਹਰ ਇੱਕ ਦੇ, ਉਹ ਰੱਖਿਆ ਕਰਦਾ। ਜੇ ਜੋ ਭੱਬਾ ਮੁਕਤਾ ਹੋਵੇ, ਫਿਰ ਰੱਖਿਆ ਦਾ ਅਰਥ ਹੁੰਦਾ। ਇਹ ਚੇਤਨ ਸਰੂਪ ਜੋ ਬ੍ਰਹਮ, ਉਹਦੇ ਬਾਰੇ ਇੱਥੇ ਕਹਿ ਰਹੇ। ਜੇ ਭੱਬੇ ਨੂੰ ਦੁਲੈਂਕੜੇ ਹੋਣ, ਪ੍ਰਭੂ ਪਾਠ ਹੋਵੇ, ਫਿਰ ਸੁੱਧ ਭੂਮਾ ਰੂਪ ਦਾ ਅਰਥ ਹੁੰਦਾ। ਇਸ ਤਰ੍ਹਾਂ ਮਹਾਂਪੁਰਖ ਗੁਰਮੁਖ ਦੱਸਦੇ ਆ। ਭਾਈ ਇੱਥੇ ਦੱਸ ਰਹੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ, ਰਾਖ ਲਿਏ ਪ੍ਰਭ ਭਗਤ ਜਾਨ। ਭਗਤ ਜਨਾ, ਭਗਤ ਜਨਾਂ ਨੂੰ ਪ੍ਰਭ ਜੋ ਚੇਤਨ ਸਰੂਪ ਪ੍ਰਭੂ ਹੈ, ਪਰਮਾਤਮਾ ਸਰਬ ਵਿਆਪਕ, ਉਹ ਆਪ ਰੱਖ ਲੈਂਦਾ ਹੈ ਆਪਣੇ ਨਾਮ ਰੂਪੀ ਚਰਨਾਂ ਨਾਲ ਲਾ ਕੇ। ਆਠ ਪਹਿਰ ਆਪਣਾ ਪ੍ਰਭ ਸਿਮਰਹਿ, ਏਕੋ ਨਾਮ ਧਿਆਏ RAM। ਹੇ ਭਾਈ, ਇੱਕੋ ਇੱਕ ਜੋ ਪਰਮਾਤਮਾ ਵਾਹਿਗੁਰੂ, ਉਹਨੂੰ ਧਿਆਉਣਾ ਕਰੋ। ਆਠੇ ਪਹਿਰ ਆਪਣੇ ਪ੍ਰਭੂ ਨੂੰ ਸਿਮਰਨਾ ਕਰੋ। ਇਹ ਨਹੀਂ ਕਿ ਥੋੜਾ ਚਿਰ ਯਾਦ ਕਰਕੇ ਉਹਨੂੰ ਫਿਰ ਛੱਡ ਦੇਣਾ, ਨਹੀਂ, ਉਹ ਹਰ ਟਾਈਮ ਹੀ ਉਠਤ ਬੈਠਤ ਧਿਆਵਤ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਾਧ ਕਾਮ। ਉਠਤ ਬੈਠਤ ਸੋਵਤ ਧਿਆਈਐ,
ਮਾਰਗ ਚਲਤ ਹਰੇ ਹਰ ਗਾਈਐ। ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਨ ਜਾਣਾ। ਜਿਹੜੇ ਹਰ ਟਾਈਮ ਧਿਆਉਂਦੇ ਨੇ ਉਹ ਤਰ ਜਾਂਦੇ ਨੇ ਸੰਸਾਰ ਸਮੁੰਦਰ ਨੂੰ। ਭਵ ਪਦਾਰਥਾਂ ਦਾ ਜਿਹੜਾ ਜਲ ਹੈ ਨਾ, ਪਦਾਰਥਾਂ ਦੀ ਨਿਆਈ ਜਿਵੇਂ ਜਲ ਸਮੁੰਦਰ 'ਚ ਹੁੰਦਾ ਹੈ, ਇਸ ਤਰ੍ਹਾਂ ਇੱਥੇ ਪਦਾਰਥ ਨੇ, ਸੰਸਾਰ ਦੀਆਂ ਵਾਸ਼ਨਾਵਾਂ ਨੇ, ਇਹਨਾਂ ਨੂੰ ਉਹ ਤਰ ਜਾਂਦੇ ਹਨ, ਉਹਨਾਂ ਦਾ ਆਉਣਾ ਜਾਣਾ ਰਹਿ ਜਾਂਦਾ ਹੈ। ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ। ਭਾਈ ਉਹਨਾਂ ਨੂੰ ਸਦਾ ਹੀ ਆਤਮਿਕ ਸੁਖ ਹੈ, ਕਲਿਆਣ, ਉਹ ਮੁਕਤ ਹੋ ਜਾਂਦੇ ਨੇ। ਕਿਸ ਤਰ੍ਹਾਂ ਹੁੰਦੇ ਮਾਰੇ? ਕਹਿੰਦੇ ਉਹ ਕੀਰਤਨ ਕਰਦੇ ਪ੍ਰਭੂ ਦਾ, ਜਿਹੜਾ ਰੱਖਿਆ ਕਰਨ ਵਾਲਾ ਵਾਹਿਗੁਰੂ ਨਾ, ਉਹਦਾ ਫਿਰ ਉਹਨਾਂ ਨੂੰ ਭਾਣਾ, ਭਾਵ ਹੁਕਮ, ਸੁੱਖ ਹੋਵੇ ਦੁੱਖ ਹੋਵੇ, ਜਿਸ ਤਰ੍ਹਾਂ ਦਾ ਵੀ ਹੈ, ਉਹ ਬੜਾ ਮਿੱਠਾ ਲੱਗਦਾ। ਜਿਵੇਂ ਆਪਾਂ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁਰਬ ਮਨਾਉਣਾ, ਗੁਰਮੁਖੋ ਉਹ ਸੂਰਬੀਰ ਯੋਧੇ ਨੇ। ਬਾਬਾ ਬਿਧੀ ਚੰਦ ਸਾਹਿਬ ਜੀ ਜੇ ਇੱਕ ਤਲਵਾਰ ਦਾ ਖੰਡੇ ਦਾ ਵਾਰ ਕਰਦੇ ਆ, ਘੋੜ ਸਵਾਰ ਸਮੇਤ ਵੱਢ ਦਿੰਦੇ ਦੋਵਾਂ ਨੂੰ। ਤੇ ਉਹ ਪਾਸ ਖੜੇ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਗ ਦੇ ਵਿੱਚ ਉਬਲਦੇ ਜਲ ਦੇ ਵਿੱਚ ਬਿਠਾਇਆ ਜੀ, ਜਦੋਂ ਤਤੀ ਤਵੀ ਤੇ ਬਿਠਾਇਆ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਜਿਹੜੇ ਕਹਿੰਦੇ ਸੀ ਮਹਾਰਾਜ ਜੇ ਆਪ ਜੀ ਦਾ ਇਸ਼ਾਰਾ ਹੋ ਜੇ ਹੁਣੇ ਧਰਤੀ ਮੁੱਦੀ ਮਾਰਦੀ ਹੈ। ਮਾਰੇ ਕਹਿੰਦੇ ਨਹੀਂ, ਭਾਣਾ ਮੰਨੋ, ਤੁਹਾਨੂੰ ਭਾਣਾ ਮੰਨਣ ਦੀ ਜਾਚ ਸਿਖਾਉਣੀ ਹੈ। ਸਾਈਂ ਮੀਆਂ ਮੀਰ ਜੀ ਨੇ ਕਿਹਾ, ਹੈ ਖੁਦਾਵੰਦ ਕਰੀਮ ਦੇ ਨੂਰ ਇੱਕ ਕੀ ਰਚਨਾ। ਮਾਰੇ ਕਹਿੰਦੇ ਦੇਖ ਸਾਰੇ ਹੀ ਆਗਿਆ ਮੰਗ ਰਹੇ, ਇਕੱਲਾ ਤੂੰ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਮਿੱਠਾ ਭਾਣਾ ਜਿਹੜਾ ਹੈ ਉਹ ਕਰਕੇ ਮੰਨਣਾ ਹੈ। ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ। ਜਿਨ੍ਹਾਂ ਨੂੰ ਅੰਦਰੋਂ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਿਲ ਜਾਂਦੇ ਆ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਜਿਹੜੀਆਂ ਚੰਗੀਆਂ ਹਨ। ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ। ਉਹਨਾਂ ਨੂੰ ਆਪ ਪ੍ਰਭੂ ਪਰਮਾਤਮਾ ਆਪਣੇ ਹਿਰਦੇ ਵਿੱਚ ਮਿਲਾ ਲੈਂਦੇ ਨੇ, ਫਿਰ ਕਦੀ ਵੀ ਉਹ ਦੁੱਖ ਦੇ ਵਿੱਚ ਵੀ ਵਿਸੂਰਿਆ, ਝੂਰਦੇ ਨਹੀਂ ਹਨ। ਉਹ ਸਦਾ ਭਾਣੇ ਵਿੱਚ ਰਹਿੰਦੇ ਹੈ, ਉਹ ਵਾਹਿਗੁਰੂ ਦੇ ਸ਼ੁਕਰ ਦੇ ਵਿੱਚ ਰਹਿੰਦੇ ਹਨ, ਉਹ ਕਦੀ ਵੀ ਝੂਰਦੇ ਨਹੀਂ ਹਨ, ਦੁਖੀ ਨਹੀਂ ਹੁੰਦੇ ਹਨ। ਇਹ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕੀਤੀਆਂ ਹਨ। ਸਾਧ ਸੰਗਤ ਜੀ, ਦਾਸ ਪਾਸੋਂ ਅੱਜ ਦੀ ਕਥਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਅਣਜਾਣ ਮਤ ਹੈ, ਖਿਮਾ ਕਰ ਦੇਣਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨੀ ਅਰਦਾਸ ਕਰਨੀ, ਉੱਤਮ ਮਤ ਜਿਹੜੀ ਮਹਾਰਾਜ ਜੀ ਬਖਸ਼ਿਸ਼ ਕਰਨ। ਸਿੰਘ ਸਾਹਿਬ ਜੀ ਦਾ ਅਤੇ ਸਮੂਹ ਗੁਰਮੁਖਾਂ ਵੀਰਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ। ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।